ਸਾਹਿਬ ਜੀ ਦੇ ਚਰਨਾਂ 'ਚ ਸਿਰ ਝੁਕਾਈਏ ਤੇ ਆਪਣੀ ਰਸਨਾ ਦੇ ਜੀਵਨ ਦੇ ਭਲੇ ਵਾਸਤੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਸ਼ਰ ਪਰਸ ਪਰ ਬੂਜਨ ਕੀਨ। ਬਾਬਾ ਰਾਮ ਰਾਏ ਜੀ ਨੂੰ ਬਾਦਸ਼ਾਹ ਨੇ ਹਾਲ ਚਾਲ ਪੁੱਛਿਆ ਹੈ, ਸੁਖ ਸ਼ਾਂਤ ਪੁੱਛੀ ਹੈ, ਆਪਸ ਵਿੱਚ ਵਚਨ ਬਿਲਾਸ ਹੋਏ ਹਨ। ਗੁਰ ਸਪੂਤ ਪਿਖ ਪ੍ਰੇਮ ਨਵੀਨ। ਬਾਬਾ ਜੀ ਨੂੰ ਵੇਖ ਕੇ ਬਾਦਸ਼ਾਹ ਨੇ ਬੜਾ ਪ੍ਰੇਮ ਜਤਾਇਆ ਹੈ। ਬੜਾ ਹੀ ਸੁੰਦਰ ਸਰੂਪ ਸੀ ਤੇ ਬਹੁਤ ਪ੍ਰਭਾਵਸ਼ਾਲੀ ਸ਼ਖਸੀਅਤ ਸਨ ਬਾਬਾ ਰਾਮ ਰਾਏ ਜੀ। ਉਹਨਾਂ ਵੱਲ ਵੇਖ ਕੇ ਬਾਦਸ਼ਾਹ ਬੜਾ ਪ੍ਰਭਾਵਿਤ ਹੋਇਆ ਹੈ। ਅਤ ਪ੍ਰਸੰਨ ਨਵ ਰੰਗ ਤਬ ਭਇਓ। ਬਾਬਾ ਜੀ ਦੀ ਕਰਾਮਾਤ ਵੇਖ ਕੇ ਤਾਂ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਇਆ ਹੈ। ਨਿਕਟ ਰਾਖਬੇ ਕੋ ਮਤ ਠਇਓ। ਔਰ ਮਨ ਵਿੱਚ ਸੋਚਿਆ ਵੀ ਇਹਨਾਂ ਨੂੰ ਆਪਣੇ ਕੋਲ ਦਿੱਲੀ ਰੱਖਾਂਗਾ। ਇਹੋ ਜਿਹੇ ਕਰਾਮਾਤੀ ਸ਼ਕਤੀਸ਼ਾਲੀ ਪੁਰਸ਼ ਨੂੰ, ਇਹੋ ਜਿਹੇ ਮਹਾਂਪੁਰਸ਼ ਨੂੰ ਮੈਂ ਆਪਣੇ ਤੋਂ ਦੂਰ ਨਹੀਂ ਜਾਣ ਦਿਆਂਗਾ। ਸ਼ਕਤਵੰਤ ਇਹੋ ਲਖੇ ਮਹਾਨੇ। ਇਹ ਮਹਾਨ ਸ਼ਕਤੀ ਵਾਲੇ ਹਨ। ਇਹਨਾਂ ਦੇ ਕੋਲ ਸਾਰੀਆਂ ਹੀ ਪਾਵਰਾਂ ਰੂਹਾਨੀ ਪਾਵਰਾਂ ਹਨ, ਰੂਹਾਨੀ ਸ਼ਕਤੀਆਂ ਹਨ। ਅਪਰ ਨ ਜਾਨੋ ਇਨ ਹੁਸਮਾਨੇ। ਮੈਂ ਅੱਜ ਤਾਈਂ ਕੋਈ ਪੀਰ ਫਕੀਰ, ਕੋਈ ਸਾਧੂ ਸੰਤ, ਕੋਈ ਇਹੋ ਜਿਹਾ ਮਹਾਂਪੁਰਸ਼ ਨਹੀਂ ਵੇਖਿਆ ਇੰਨੀ ਜਾਰੀ ਕਲਾ ਵਿਖਾਉਣ ਵਾਲਾ, ਇੰਨੀ ਪ੍ਰਤੱਖ ਕਰਾਮਾਤ ਵਿਖਾਉਣ ਵਾਲਾ। ਮੋਹਿ ਕਾਜ ਮਹਿ ਆਵਹਿ ਤਹਾਂ। ਇਹ ਮੇਰੇ ਕੰਮ ਆਉਣਗੇ। ਜਿੱਥੇ ਮੈਨੂੰ ਕੋਈ ਲੋੜ ਪੈ ਗਈ, ਔਖੀ ਘਾਟੀ ਬਣ ਗਈ, ਇਹ ਕਰਾਮਾਤੀ ਪੁਰਸ਼ ਮੇਰੀ ਮਦਦ ਕਰਨਗੇ, ਮੇਰੀ ਸਹਾਇਤਾ ਕਰਨਗੇ। ਪਹੁੰਚ ਨ ਕਿਸੇ ਹੀ ਬਿਖਮ ਜੋ ਮਹਾ। ਜਿੱਥੇ ਕੋਈ ਨਹੀਂ ਮਦਦ ਕਰ ਸਕਦਾ, ਜਿੱਥੇ ਕੋਈ ਸਾਡਾ ਸਹਾਇਤਾ ਕਰਨ ਵਾਲਾ ਬਾਂਹ ਬੇਲੀ ਨਹੀਂ ਬਣ ਸਕਦਾ, ਉੱਥੇ ਬਾਬਾ ਰਾਮ ਰਾਏ ਸਾਡੀ ਮਦਦ ਕਰੇਗਾ। ਇਹ ਵਿਸ਼ਵਾਸ ਔਰੰਗਜ਼ੇਬ ਨੂੰ ਹੋ ਗਿਆ ਹੈ। ਜਿਮ ਉਰ ਚਾਹ ਲਹੋ ਮੈਂ ਤਥਾ। ਕਹਿਣ ਲੱਗਾ, ਆਪਣੇ ਮਨ 'ਚ ਸੋਚਦਾ ਹੈ, ਕਹਿੰਦਾ ਜਿਹੋ ਜੀ ਮੈਨੂੰ ਲੋੜ ਹੋਵੇਗੀ ਬਾਬਾ ਰਾਮ ਰਾਏ ਮੇਰੀ ਉਹੋ ਜੀ ਮਦਦ ਕਰਨਗੇ। ਰੱਖੋ ਇਨਕੋ ਹਰ ਖਹ ਜਥਾ। ਇਹਨਾਂ ਨੂੰ ਆਪਣੇ ਕੋਲ ਰੱਖਾਂਗਾ, ਖੁਸ਼ ਰੱਖਾਂਗਾ। ਜਿਵੇਂ ਵੀ ਖੁਸ਼ ਰਹਿਣਗੇ ਉਵੇਂ ਇਹਨਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਾਂਗੇ। ਪੁਰਖ ਨ ਐਸੋ ਇਹ ਥਲ ਪਾਵੈ। ਇਹੋ ਜਿਹਾ ਪੁਰਸ਼, ਇਹੋ ਜਿਹਾ ਮਹਾਂਪੁਰਸ਼ ਕਿਤੇ ਮਿਲਦਾ ਨਹੀਂ ਹੈ, ਜਿਹੜਾ ਸਾਨੂੰ ਘਰ ਆ ਕੇ ਮਿਲਿਆ। ਜਿਵੇਂ ਘਰ 'ਚ ਆ ਕੇ ਗੰਗਾ ਮਿਲ ਗਈ ਹੋਵੇ, ਇਸ ਤਰ੍ਹਾਂ ਇਹ ਮਹਾਂਪੁਰਸ਼ ਸ਼ਕਤੀਸ਼ਾਲੀ ਬਾਬਾ ਰਾਮ ਰਾਏ ਮੇਰੇ ਘਰ ਆ ਗਿਆ ਹੈ। ਅਜਮਤ ਸੋਜਮ ਚਾਹੈ ਬਨਾਵੈ। ਇਹ ਕਰਾਮਾਤੀ ਮਹਾਂਪੁਰਸ਼ ਹਨ। ਆਪਣੀ ਅਜਮਤ ਨਾਲ, ਆਪਣੀ ਕਰਾਮਾਤ ਨਾਲ ਅਸੰਭਵ ਨੂੰ ਸੰਭਵ ਕਰ ਸਕਦੇ ਹਨ। ਨਿਸਮਹ ਅਜ ਪਖੀਨ ਕਰ ਲੀਨਾ। ਰਾਤ ਦੇਖੋ ਬੱਕਰਾ ਝਟਕਾ ਕੇ ਛਕ ਲਿਆ ਸੀ। ਪ੍ਰਾਤ ਹੋਤ ਜੀ ਵਾਵਨ ਕੀਨਾ। ਸਵੇਰੇ ਉਸ ਨੂੰ ਜਿੰਦਾ ਵੀ ਕਰ ਦਿੱਤਾ। ਅਬਹਿ ਕੂਪ ਪਰ ਬੈਠਿਓ ਐਸੇ। ਤੇ ਹੁਣ ਖੂਹ ਦੇ ਉੱਤੇ ਇਸ ਤਰ੍ਹਾਂ ਬੈਠ ਗਏ ਹਨ। ਨਿਸ਼ਚਲ ਭਇਓ ਪ੍ਰਿਥੀ ਪਰ ਜੈਸੇ। ਜਿਵੇਂ ਕੋਈ ਜ਼ਮੀਨ ਤੇ ਬੈਠਾ ਹੋਵੇ, ਜਿਵੇਂ ਕੋਈ ਫੱਟੇ ਤੇ ਜਾਂ ਕੋਈ ਮੰਜੇ ਤੇ ਕੋਈ ਬੈਠਾ ਹੁੰਦਾ ਜਾਂ ਜ਼ਮੀਨ ਤੇ ਬੈਠਾ ਹੁੰਦਾ ਹੈ। ਖੂਹ ਦੇ ਉੱਤੇ ਸਾਧ ਸੰਗਤ ਜੀ ਚਾਦਰ ਵਿਛਾਤੀ ਸੀ ਔਰੰਗਜ਼ੇਬ ਦੇ, ਉਹਦੇ ਬੰਦਿਆਂ ਨੇ ਉੱਤੇ ਚੌਂਕੀ ਡਾਹਤੀ ਸੀ ਪਰਖਣ ਵਾਸਤੇ ਵੀ ਜੇ ਬਾਬਾ ਰਾਮ ਰਾਏ ਜੀ ਕੋਈ ਸ਼ਕਤੀ ਹੋਵੇਗੀ ਤੇ ਬਚ ਜਾਏਗਾ, ਤੇ ਜੇ ਨਾ ਹੋਈ ਮਰ ਜਾਵੇ ਫਿਰ ਆਪਾਂ ਕੀ ਲੈਣਾ, ਮਾਰਨਾ ਤਾਂ ਆਪਾਂ ਚਾਹੁੰਦੇ ਹੀ ਹਾਂ। ਪਿੱਛੋਂ ਕਹਿ ਦਿਆਂਗੇ ਵੀ ਕਰਾਮਾਤ ਸ਼ਕਤੀ ਕੋਈ ਨਹੀਂ ਸੀ, ਐਵੇਂ ਵਿਖਾਵਾ ਹੀ ਸੀਗਾ। ਸੋ ਖੂਹ ਦੇ ਉੱਤੇ ਚਾਦਰ ਵਿਛਾ ਕੇ ਉੱਤੇ ਚੌਂਕੀ ਡਾਹੀ ਤੇ ਸਤਿਗੁਰਾਂ ਦੇ ਸਾਹਿਬਜ਼ਾਦੇ ਉੱਤੇ ਜਾ ਕੇ ਬੈਠ ਗਏ ਹਨ ਤੇ ਚਾਦਰ ਵੀ ਨਹੀਂ ਨੀਵੀਂ ਹੋਈ, ਉਸੇ ਤਰ੍ਹਾਂ ਬੈਠੇ ਰਹੇ ਹਨ ਅਡੋਲ। ਚਤੁਰ ਘਟੀ ਬੈਠਿਓ ਤਹ ਰਹਿਓ। ਬਾਬਾ ਰਾਮ ਰਾਏ ਜੀ ਬਾਦਸ਼ਾਹ ਦੀ ਕਚਹਿਰੀ 'ਚ ਉਹਦੇ ਕੋਲ 4 ਘੜੀਆਂ ਬੈਠੇ ਰਹੇ ਹਨ। ਲਗਭਗ 1.5-2 ਘੰਟੇ ਬਚਨ ਬਿਲਾਸ ਹੋਏ ਹਨ। ਜੋ ਬੁਝਿਓ ਸੋ ਉੱਤਰ ਕਹਿਓ। ਜਿਹੜੇ ਜਿਹੜੇ ਸਵਾਲ ਉਸਨੇ ਪੁੱਛੇ ਹਨ, ਜਿਹੜੀ ਜਿਹੜੀ ਗੱਲ ਉਸਨੇ ਪੁੱਛੀ ਹੈ, ਔਰੰਗਜ਼ੇਬ ਨੇ, ਬਾਬਾ ਜੀ ਨੇ ਯਥਾਰਥ ਉੱਤਰ ਦਿੱਤਾ ਹੈ। ਦੁਆਖੀ ਜਰਬਰ ਹੋਏ ਛਾਰ। ਬਾਬਾ ਜੀ ਦਾ ਪ੍ਰਤਾਪ ਵੇਖ ਕੇ, ਗੁਰੂ ਘਰ ਦੀ ਮਹਾਨ ਸ਼ਕਤੀ ਵੇਖ ਕੇ, ਸ੍ਰੀ ਗੁਰੂ ਨਾਨਕ ਦੇਵ ਗੁਰੂ ਹਰਿਰਾਏ ਸਾਹਿਬ ਜੀ ਦੀ ਮਹਿਮਾ ਜਾਣ ਕੇ, ਉਹਨਾਂ ਦੇ ਸਪੁੱਤਰ ਦਾ ਪ੍ਰਤਾਪ ਵੇਖ ਕੇ, ਜਿੰਨੇ ਈਰਖਾਲੂ ਲੋਕ ਸਨ, ਕਾਜੀ ਮੁੱਲਾ ਜਿਹੜੇ ਮੁਤਸਬੀ ਸਨ, ਗੁਰੂ ਘਰ ਦੀ ਮਹਿਮਾ ਨੂੰ ਵਧਣਾ ਵੇਖਣਾ ਨਹੀਂ ਸੀ ਚਾਹੁੰਦੇ, ਉਹ ਅੱਜ ਸੜ ਕੇ ਕੋਲਾ ਹੋ ਗਏ ਹਨ।
ਨਹਿ ਹਰਖੇ ਮਤ ਮੰਦ ਗਵਾਰ। ਖੁਸ਼ ਨਹੀਂ ਹੋਏ, ਕਿਉਂਕਿ ਸਾਧ ਸੰਗਤ ਜੀ ਜਿਹੜੀ ਈਰਖਾ ਦੀ ਦੀਵਾਰ ਹੈ ਨਾ, ਇਹ ਸਾਨੂੰ ਪਰਮਾਤਮਾ ਦੇ ਦਰਸ਼ਨ ਨਹੀਂ ਹੋਣ ਦਿੰਦੀ। ਵਾਹਿਗੁਰੂ ਸਾਡੇ ਕੋਲ ਹੈ, ਸਾਡੇ ਹਿਰਦੇ ਵਿੱਚ ਹੈ, ਰੋਮ ਰੋਮ ਦੇ ਵਿੱਚ ਹੈ, ਪਰ ਜਿਹੜੀ ਇਹ ਦੀਵਾਰ ਬਣੀ ਹੋਈ ਹੈ ਨਾ ਮੈਂ ਦੀ, ਈਰਖਾ ਦੀ, ਰਾਗ ਦਵੈਸ਼ ਦੀ, ਇਹ ਸਾਡੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਅੰਨ੍ਹਿਆਂ ਕਰ ਛੱਡਦੀ ਹੈ। ਉਹ ਅੰਨ੍ਹੇ ਲੋਕ ਸਨ ਜਿਹੜੇ ਬਾਬਾ ਜੀ ਦੀ ਜਾਰੀ ਕਰਾਮਾਤ ਵੇਖ ਕੇ ਖੁਸ਼ ਨਹੀਂ ਹੋਏ, ਬਲਕਿ ਦੁਖੀ ਹੋਏ ਹਨ। ਸਭਾ ਜੀਤ ਅਜਮਤ ਕੇ ਸਾਥ। ਬਾਬਾ ਰਾਮ ਰਾਏ ਜੀ ਗੁਰੂ ਨਾਨਕ ਸਾਹਿਬ ਜੀ ਦੀ ਕਲਾ ਵਰਤਾ ਕੇ ਗੁਰੂ ਹਰਿਰਾਏ ਸਾਹਿਬ ਦੀ ਬਖਸ਼ਿਸ਼ ਦੇ ਨਾਲ ਔਰੰਗਜ਼ੇਬ ਦੀ ਕਚਹਿਰੀ 'ਤੇ ਪਹਿਲੇ ਵਾਰੀ ਬੜਾ ਪ੍ਰਭਾਵ ਪਾ ਲਿਆ। ਸਾਰੀ ਸਭਾ ਜਿੱਤ ਲਈ, ਕੋਈ ਉਸ ਵੇਲੇ ਸਾਹਮਣੇ ਕੁਸਕ ਨਹੀਂ ਸਕਿਆ। ਜਦੋਂ ਬਾਬਾ ਰਾਮ ਰਾਏ ਜੀ ਬੈਠੇ ਨਾ ਜਾ ਕੇ, ਉਸ ਤੋਂ ਪਹਿਲਾਂ ਕਾਜੀ ਮੁਲਾਣੇ ਆਪਣੇ ਆਪਣੇ ਸਵਾਲ ਬੜੇ ਬਣਾਈ ਬੈਠੇ ਸੀ। ਆਹ ਗੱਲ ਪੁੱਛਾਂਗੇ, ਆਹ ਪੁੱਛਾਂਗੇ, ਉਲਝਾਵਾਂਗੇ। ਉਸ ਬੱਚਾ ਜਿਹਾ ਹੈ, ਛੋਟੀ ਜਿਹੀ ਉਮਰ ਦਾ ਹੈ, ਸਾਡੇ ਸਾਹਮਣੇ ਕਿਵੇਂ ਬੋਲੇਗਾ, ਇਹ ਸੋਚੀ ਬੈਠੇ ਸੀ। ਪਰ ਜਦੋਂ ਬਾਬਾ ਰਾਮ ਰਾਏ ਜੀ ਜਾ ਕੇ ਸਭਾ ਵਿੱਚ ਸੱਜ ਗਏ ਤੇ ਫਿਰ ਸਾਰਿਆਂ ਦੀ ਜ਼ੁਬਾਨ ਨੂੰ ਤਾਲਾ ਲੱਗ ਗਿਆ, ਕੋਈ ਕੁਸਕ ਵੀ ਨਹੀਂ ਸਕਿਆ ਸਾਹਮਣੇ। ਬਿਸਮਾਵਨ ਕਰ ਦਿੱਲੀ ਨਾਥ। ਬਾਦਸ਼ਾਹ ਔਰੰਗਜ਼ੇਬ ਹੈਰਾਨ ਹੋ ਗਿਆ। ਬਾਦਸ਼ਾਹ ਔਰੰਗਜ਼ੇਬ ਨੂੰ ਵੀ ਕੋਈ ਗੱਲ ਨਹੀਂ ਆਈ ਵੀ ਉਹ ਵੀ ਆਪਣੇ ਆਪ ਨੂੰ ਬੜਾ ਆਲਮ ਫਾਜ਼ਿਲ ਸਮਝਦਾ ਸੀ, ਬੜਾ ਸਿਆਣਾ ਵਿਦਵਾਨ ਸਮਝਦਾ ਸੀ। ਸਾਰੀ ਕੁਰਾਨ ਜ਼ਬਾਨੀ ਕੰਠ ਕੀਤੀ ਹੋਈ ਸੀ ਔਰੰਗੇ ਨੇ, ਪਰ ਬਾਬਾ ਰਾਮ ਰਾਏ ਜੀ ਦੇ ਸਾਹਮਣੇ ਤਾਂ ਬਿਲਕੁਲ ਬਿੱਲੀ ਬਣ ਗਿਆ, ਬੋਲ ਵੀ ਨਹੀਂ ਸਕਿਆ। ਸਹਿਜ ਸੁਭਾਇਕ ਉੱਠ ਕਰ ਆਏ। ਤੇ ਬਾਬਾ ਰਾਮ ਰਾਏ ਜੀ 1.5-2 ਘੰਟੇ ਬੈਠੇ ਰਹੇ। ਫਿਰ ਆਪਣੀ ਮਰਜ਼ੀ ਨਾਲ ਸਹਿ ਸੁਭਾ ਉੱਠ ਕੇ ਮਜਨੂ ਦੇ ਟਿੱਲੇ ਗੁਰਦੁਆਰੇ 'ਚ ਆ ਗਏ ਹਨ। ਆਨ ਆਪਣੇ ਥਾਨ ਸਹਾਏ। ਆਪਣੇ ਆਸਣ 'ਤੇ ਆ ਕੇ ਬੈਠ ਗਏ ਹਨ, ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ। ਤਿਸ ਦਿਨ ਤੇ ਕਰ ਰੋਜ਼ ਵਡੇਰੇ। ਸਾਧ ਸੰਗਤ ਜੀ, ਔਰੰਗਜ਼ੇਬ ਨੇ ਉਸੇ ਵੇਲੇ ਆਪਣੇ ਵੱਡੇ ਸੀਨੀਅਰ ਅਫਸਰਾਂ ਨੂੰ ਬੁਲਾ ਕੇ ਹੁਕਮ ਦਿੱਤਾ ਕਿ ਬਾਬਾ ਰਾਮ ਰਾਏ ਜੀ ਦਾ ਜਿੰਨਾ ਵੀ ਖਰਚਾ ਲੰਗਰ ਦਾ ਉਹ ਸਾਡੇ ਵੱਲੋਂ ਕੀਤਾ ਜਾਵੇ, ਕਿਉਂਕਿ ਮਜਨੂ ਦੇ ਟਿੱਲੇ 'ਤੇ ਕੋਈ ਹਜ਼ਾਰਾਂ ਦੀ ਤਾਦਾਦ 'ਚ ਸੰਗਤ ਰੋਜ਼ ਆਉਣ ਲੱਗ ਪਈ ਸੀ। ਦਿੱਲੀ ਸ਼ਹਿਰ ਸਾਰਾ ਹੀ ਮਜਨੂ ਦੇ ਟਿੱਲੇ ਆ ਜਾਂਦਾ ਸੀ। ਹਿੰਦੂ ਵੀ ਮੁਸਲਮਾਨ ਵੀ ਆ ਕੇ ਗੁਰਬਾਣੀ ਦਾ ਕੀਰਤਨ ਸੁਣਦੇ ਸਨ, ਕਥਾ ਸੁਣਦੇ ਸਨ, ਬਾਬਾ ਰਾਮ ਰਾਏ ਜੀ ਦੇ ਬਚਨ ਸੁਣਦੇ ਸਨ। ਤੋ ਇਹ ਜਿਹੜਾ ਸੰਗਤਾਂ ਦਾ ਇੰਨਾ ਇਕੱਠ ਸੀਗਾ, ਔਰ ਬਾਬਾ ਜੀ ਦੇ ਨਾਲ ਫੌਜ ਵੀ ਆਈ ਸੀ, ਘੋੜੇ ਵੀ ਸਨ, ਫੌਜਾਂ ਵੀ ਸਨ, ਸਿੱਖ ਵੀ ਆਏ ਸਨ, ਅਤੇ ਆਈਆਂ ਹੋਈਆਂ ਸੰਗਤਾਂ ਦਾ ਵੀ ਖਰਚਾ ਬਹੁਤ ਸੀ। ਇਹ ਸਾਰਾ ਰਾਸ਼ਨ ਪਾਣੀ ਬਾਦਸ਼ਾਹ ਨੇ ਆਪਣੇ ਖਜ਼ਾਨੇ 'ਚੋਂ ਬੰਨ੍ਹ ਦਿੱਤਾ ਹੈ। ਬਹੁਤ ਧਨ ਨਿਤ ਪਹੁੰਚਾਵਤ ਡੇਰੇ। ਬਹੁਤ ਸਾਰੀ ਮਾਇਆ ਲਾਤੀ ਵੀ ਬਾਬਾ ਜੀ ਦੇ ਲੰਗਰ ਵਾਸਤੇ ਇਹ ਸਾਰਾ ਰਾਸ਼ਨ ਪਾਣੀ ਸਰਕਾਰੀ ਖਜ਼ਾਨੇ 'ਚੋਂ ਜਾਏਗਾ। ਪਰ ਸਗਰੇ ਮਹਿ ਕੀਰਤ ਮਹਾ। ਸਾਰੀ ਦਿੱਲੀ ਦੇ ਵਿੱਚ ਬਾਬਾ ਰਾਮ ਰਾਏ ਜੀ ਦੀ ਜੈ ਜੈਕਾਰ ਹੋ ਰਹੀ ਹੈ। ਗੁਰਦੁਆਰਾ ਗੁਰੂ ਨਾਨਕ ਸਾਹਿਬ ਜੀ ਦਾ ਜੋ ਹੈ ਮਜਨੂ ਦਾ ਟਿੱਲਾ, ਇੱਥੇ ਮਹਾਰਾਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਜਦੋਂ ਗਏ ਸਨ ਅਤੇ ਗਵਾਲੀਅਰ ਤੋਂ ਵਾਪਸ ਵੀ ਆਏ ਸਨ, ਮਜਨੂ ਦੇ ਟਿੱਲੇ ਹੀ ਪੁੜਾ ਰੱਖਿਆ ਸੀ ਸਾਰੀਆਂ ਫੌਜਾਂ ਨੇ। ਉਸੇ ਜਗ੍ਹਾ 'ਤੇ ਬਾਬਾ ਰਾਮ ਰਾਏ ਜੀ ਨੇ ਡੇਰਾ ਕੀਤਾ ਹੈ। ਬਾਤੈ ਕਰਤ ਮਿਲੇ ਜਹ ਕਹਾਂ। ਸਾਧ ਸੰਗਤ ਜੀ, ਸਾਰੇ ਸ਼ਹਿਰ ਦੇ ਲੋਕ ਮਜਨੂ ਦੇ ਟਿੱਲੇ ਆਉਂਦੇ ਹਨ, ਰਸਤੇ ਵਿੱਚ ਵੀ ਬਾਬਾ ਜੀ ਦੀ ਮਹਿਮਾ ਕਰਦੇ ਆਉਂਦੇ ਹਨ। ਕਹਿੰਦੇ ਗੁਰੂ ਨਾਨਕ ਦੀ ਗੱਦੀ 'ਚ ਬੜੀ ਪਾਵਰ ਹੈ। ਗੁਰੂ ਹਰਿਰਾਏ ਸਾਹਿਬ 7ਵੇਂ ਪਾਤਸ਼ਾਹ ਜੀ ਆਪ ਤਾਂ ਨਹੀਂ ਆਏ ਦਿੱਲੀ, ਪਰ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਆਏ ਨੇ। ਚਲੋ ਚੱਲ ਕੇ ਦਰਸ਼ਨ ਕਰੀਏ, ਬਾਣੀ ਸੁਣੀਏ, ਕੀਰਤਨ ਸੁਣੀਏ। ਗੁਰਸਤ ਆਇਓ ਸ਼ਾਹ ਬੁਲਾਵਾ। ਬਾਬਾ ਰਾਮ ਰਾਏ ਜੀ ਆਏ ਨੇ ਬਾਦਸ਼ਾਹ ਦੇ ਸੱਦੇ ਉੱਤੇ। ਅੱਜ ਪਖੀਨ ਕਰ ਪੁਨ ਜੀਵਾਵਾ। ਔਰ ਇਹ ਗੱਲ ਸਾਰੇ ਸ਼ਹਿਰ 'ਚ ਫੈਲ ਗਈ ਹੈ ਵੀ ਬਾਦਸ਼ਾਹ ਦੇ ਬੰਦਿਆਂ ਨੇ ਸ਼ਰਾਰਤ ਨਾਲ ਬੱਕਰਾ ਭੇਜਿਆ ਸੀ ਲੰਗਰ ਵਾਸਤੇ। ਬਾਬਾ ਰਾਮ ਰਾਏ ਜੀ ਸਾਰੇ ਸੰਗਤ ਨੂੰ ਲੰਗਰ ਛਕਾ ਦਿੱਤਾ। ਸਵੇਰੇ ਕਹਿੰਦੇ ਸਾਡਾ ਬੱਕਰਾ ਵਾਪਸ ਕਰੋ। ਬਾਬਾ ਜੀ ਕਹਿੰਦੇ ਉਹ ਤਾਂ ਸੰਗਤ ਛਕ ਗਈ ਹੈ। ਕਹਿੰਦੇ ਨਹੀਂ ਜੀ, ਉਹ ਤਾਂ ਸਾਡੇ ਬੱਚੇ ਨੇ ਪਾਲਿਆ ਸੀ, ਕਾਕੇ ਨੇ, ਉਹ ਤਾਂ ਵਾਪਸ ਕਰੋ।
ਜਿੱਦ ਕਰ ਲਈ। ਬਾਬਾ ਜੀ ਨੇ ਇੱਕ ਟੰਗ ਜਿਹੜੀ ਸੀ ਨਾ ਜਾਣ ਕੇ ਕਾਜੀ ਦੇ ਘਰ ਭੇਜਤੀ ਸੀ। ਉਹ ਕਾਜੀ ਨੇ ਸ਼ਰਾਰਤ ਕੀਤੀ ਸੀ ਕਰਾਮਾਤ ਵੇਖਣ ਦੀ ਵੀ ਇਹਨਾਂ ਕੋਲ ਸ਼ਕਤੀ ਹੈ ਕਿ ਨਹੀਂ ਹੈ। ਬਾਬਾ ਜੀ ਨੇ ਸਿੱਖਾਂ ਨੂੰ ਕਿਹਾ ਸੀ ਵੀ ਬੱਕਰੇ ਦੀ ਹੱਡੀਆਂ, ਬੱਕਰੇ ਦੀ ਖੱਲ ਸਾਂਭ ਕੇ ਰੱਖਣੀ ਹੈ। ਸਵੇਰੇ ਲਿਆ ਕੇ ਬਾਬਾ ਜੀ ਦੇ ਅੱਗੇ ਰੱਖਤੀ, ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਛੱਟਾ ਮਾਰਿਆ, ਜਿੰਦਾ ਕਰਤਾ। 3 ਲੱਤਾਂ ਤੇ ਬੱਕਰਾ ਖੜਾ, ਚੌਥੀ ਲੱਤ ਹੈ ਕੋਈ ਨਹੀਂ। ਬਾਬਾ ਜੀ ਕਹਿੰਦੇ ਜਾਓ ਬਾਦਸ਼ਾਹ ਨੂੰ ਕਹਿ ਦਿਓ ਵੀ ਚੌਥੀ ਲੱਤ ਆਪਣੇ ਕਾਜੀ ਕੋਲੋਂ ਚੜਵਾ ਲਵੇ। ਬਾਦਸ਼ਾਹ ਨੂੰ ਜਦੋਂ ਸਾਰੀ ਗੱਲ ਦਾ ਪਤਾ ਲੱਗਾ, ਕਾਜੀ ਬੜਾ ਸ਼ਰਮਿੰਦਾ ਕੀਤਾ ਦਰਬਾਰ ਵਿੱਚ। ਸੋ ਉਹ ਕਰਾਮਾਤ ਸਾਰੇ ਸ਼ਹਿਰ ਵਿੱਚ ਜਿਵੇਂ ਜੰਗਲ 'ਚ ਅੱਗ ਫੈਲਦੀ ਨਾ, ਇੱਦਾਂ ਫੈਲ ਗਈ ਸੀ। ਪੁਨਹ ਕੂਪ ਪਰ ਚਾਦਰ ਡਾਰੇ। ਦੂਜੀ ਕਰਾਮਾਤ ਔਰੰਗਜ਼ੇਬ ਦੇ ਸਾਹਮਣੇ ਵਰਤਾਈ ਹੈ। ਖੂਹ 'ਤੇ ਚਾਦਰ ਪਾ ਕੇ ਉੱਤੇ ਚੌਂਕੀ ਢਾਹਤੀ ਵੀ ਇਹਦੇ ਉੱਤੇ ਬੈਠਣਗੇ ਤੇ ਖੂਹ 'ਚ ਡਿੱਗ ਪੈਣਗੇ। ਪਰ ਬਾਬਾ ਜੀ ਉੱਤੇ ਜਾ ਕੇ ਚਮੇਲੀ ਦੇ ਫੁੱਲ ਦੀ ਤਰ੍ਹਾਂ ਬੈਠ ਗਏ ਹਨ, ਚਾਦਰ ਹਿੱਲੀ ਵੀ ਨਹੀਂ ਹੈ। ਤਿਸ ਪਰ ਬੈਠੇ ਰਹੇ ਸੁਖਾਰੇ। ਕਹਿੰਦੇ ਉਹ ਸੌਖੇ ਹੀ ਆਰਾਮ ਨਾਲ ਹੀ ਉੱਤੇ ਬਿਰਾਜੇ ਰਹੇ ਹਨ ਤੇ ਬਾਦਸ਼ਾਹ ਨਾਲ ਬਚਨ ਬਿਲਾਸ ਕਰਦੇ ਰਹੇ ਹਨ। ਦਰਸ਼ਨ ਕਹੋ ਆਵਤ ਸਭ ਕੋਈ। ਚਲੋ ਇਹੋ ਜਿਹੇ ਮਹਾਂਪੁਰਸ਼ ਦੇ ਦਰਸ਼ਨ ਕਰੀਏ। ਦਿੱਲੀ ਦੇ ਸਿੱਖ ਤਾਂ ਆ ਹੀ ਰਹੇ ਨੇ ਜਿਹੜੇ ਗੁਰੂ ਘਰ ਨੂੰ ਮੰਨਣ ਵਾਲੇ ਹਨ। ਜਿਨ੍ਹਾਂ ਨੇ ਅਜੇ ਗੁਰੂ ਘਰ ਦੀ ਮਹਿਮਾ ਨਹੀਂ ਸੀ ਸੁਣੀ, ਬਾਬਾ ਰਾਮ ਰਾਏ ਜੀ ਦੀ ਮਹਿਮਾ ਸੁਣ ਕੇ ਉਹ ਵੀ ਮਜਨੂ ਦੇ ਟਿੱਲੇ ਗੁਰਦੁਆਰੇ 'ਚ ਆ ਰਹੇ ਹਨ। ਤਰਹ ਉਪਾਇਨ ਨਿਮਰਸ ਹੋਈ। ਆਪਣੇ ਘਰਾਂ 'ਚੋਂ ਭੇਟਾਵਾਂ ਲੈ ਕੇ ਆਉਂਦੇ ਨੇ, ਕੋਈ ਦੁੱਧ ਲੈ ਕੇ ਆਉਂਦਾ, ਕੋਈ ਦਹੀਂ ਲੈ ਕੇ ਆਉਂਦਾ, ਕੋਈ ਲੰਗਰ ਵਾਸਤੇ ਰਸਤਾਂ ਬਸਤਾਂ ਲੈ ਕੇ ਆਉਂਦਾ, ਕੋਈ ਮਾਇਆ ਲੈ ਕੇ ਆਉਂਦਾ ਤੇ ਚਰਨਾਂ 'ਚ ਰੱਖ ਕੇ ਮੱਥਾ ਟੇਕਦੇ ਹਨ। ਸੁਨ ਸੁਨ ਨਰ ਪਹੁੰਚਹਿ ਉਤਲਾਵਤ। ਦਿੱਲੀ ਸ਼ਹਿਰ ਦੇ ਹਜ਼ਾਰਾਂ ਲੋਕ ਬਾਬਾ ਰਾਮ ਰਾਏ ਜੀ ਦੀ ਮਹਿਮਾ ਸੁਣ ਸੁਣ ਕੇ ਦੌੜੇ ਆਉਂਦੇ ਹਨ। ਸਤਿਗੁਰ ਸੁਤ ਕੋ ਦਰਸ਼ਨ ਪਾਵਤ। ਔਰ ਗੁਰੂ ਸਾਹਿਬ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਦੇ ਦਰਸ਼ਨ ਕਰਦੇ ਹਨ। ਬਸਤਰ ਦਰਬ ਭੂਖਨ ਤਨ ਅਨੋ। ਔਰ ਕੋਈ ਬਸਤਰ ਲੈ ਕੇ ਆਉਂਦਾ, ਕੋਈ ਮਾਇਆ ਲੈ ਕੇ ਆਉਂਦਾ ਹੈ। ਆਏ ਆਏ ਅਰ ਪਹਿ ਹਿਤ ਸਨੋ। ਆ ਕੇ ਮਜਨੂ ਦੇ ਟਿੱਲੇ ਗੁਰਦੁਆਰੇ ਵਿੱਚ ਬਾਬਾ ਰਾਮ ਰਾਏ ਜੀ ਨੂੰ ਭੇਟਾ ਅਰਪਣ ਕਰਦੇ ਹਨ। ਪਸਰਿਓ ਸੋ ਜਸ ਸਕਲ ਪਰ ਬੀਚ। ਸਾਰੀ ਦਿੱਲੀ ਵਿੱਚ ਬਾਬਾ ਰਾਮ ਰਾਏ ਜੀ ਦਾ ਜਸ ਫੈਲ ਗਿਆ ਹੈ। ਸਾਰੇ ਸ਼ਹਿਰ ਦੇ ਵਿੱਚ ਕਈ ਗੱਲਾਂ ਚੱਲ ਪਈਆਂ ਵੀ ਗੁਰੂ ਨਾਨਕ ਦੀ ਗੱਦੀ ਦੇ ਜਿਹੜੇ 7ਵੇਂ ਮਾਲਕ ਹਨ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਆਪ ਤਾਂ ਨਹੀਂ ਆਏ ਦਿੱਲੀ, ਪਰ ਉਹਨਾਂ ਦਾ ਪੁੱਤਰ ਆਇਆ ਹੈ। ਉਹਨਾਂ ਦਾ ਬੜਾ ਪ੍ਰਤਾਪ ਹੈ। ਦਰਸ਼ਨ ਕਰਹਿ ਊਚ ਅਰ ਨੀਚ। ਸੋ ਲੋਕ ਆਪਣੇ ਧਨ ਭਾਗ ਸਮਝਦੇ ਆ। ਸਾਧ ਸੰਗਤ ਜੀ, ਮਹਾਂਪੁਰਸ਼ਾਂ ਦੇ ਦਰਸ਼ਨਾਂ ਦਾ ਆਪਣਾ ਹੀ ਆਨੰਦ ਹੁੰਦਾ ਹੈ। ਬਾਣੀ ਵਿੱਚ ਬਚਨ ਹੈ, ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਏ ਆਏ। ਪੁਰਾਣੇ ਲੋਕ ਇਸ ਗੱਲ ਦੀ ਵਿਸ਼ੇਸ਼ਤਾ ਸਮਝਦੇ ਸਨ। ਅੱਜ ਕੱਲ੍ਹ ਜਿਹੜੀ ਨਵੀਂ ਜਨਰੇਸ਼ਨ ਹੈ, ਇਹਨਾਂ ਨੂੰ ਨਾ ਕੋਈ ਦੱਸਦਾ ਹੈ ਤੇ ਨਾ ਕੋਈ ਕਿਸੇ ਨੂੰ ਸਮਝ ਹੈ। ਗੁਰਸਿੱਖਾਂ ਦੇ ਦਰਸ਼ਨ, ਸੰਗਤਾਂ ਦੇ ਦਰਸ਼ਨ, ਗੁਰੂ ਪਿਆਰਿਆਂ ਦੇ ਦਰਸ਼ਨ ਮਨ ਵਿੱਚ ਨਵਾਂ ਉਤਸ਼ਾਹ ਭਰ ਦਿੰਦੇ ਹਨ। ਗੁਰਬਾਣੀ ਦਾ ਫਰਮਾਨ ਹੈ, ਤਿਨਾਂ ਦੇਖ ਮਨ ਚਾਉ ਠੰਡਾ। ਸੰਤਾਂ ਮਹਾਂਪੁਰਸ਼ਾਂ ਨੂੰ ਵੇਖ ਕੇ ਮਨ 'ਚ ਚਾਹ ਪੈਦਾ ਹੁੰਦਾ ਰੱਬ ਨੂੰ ਮਿਲਣ ਦਾ। ਤਿਨਾਂ ਦੇਖ ਮਨ ਚਾਉ ਠੰਡਾ ਹੋਂ ਕਦ ਪਾਈ ਗੁਣ ਤਾਸਾ। ਨਾਮ ਜਪਣ ਵਾਲੇ ਜਪ ਰਹੇ ਨੇ, ਭਜਨ ਕਰ ਰਹੇ ਨੇ, ਪਰਮੇਸ਼ਰ ਨੂੰ ਮਿਲੇ ਹੋਏ ਨੇ। ਸਾਡੀ ਕਦੋਂ ਵਾਰੀ ਆਏਗੀ? ਸਾਨੂੰ ਕਦੋਂ ਦਰਸ਼ਨ ਹੋਣਗੇ ਵਾਹਿਗੁਰੂ ਦੇ? ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ ਨਾਮ ਜਪਣ ਨੂੰ ਜੀ ਕਰਦਾ ਹੈ। ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ ਮਨ ਦੇ ਸ਼ੰਕੇ ਮਿਟਦੇ ਹਨ। ਇਸ ਕਰਕੇ ਗੁਰਬਾਣੀ ਵਿੱਚ ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨਾਂ ਦੀ ਬੜੀ ਮਹਿਮਾ ਹੈ। ਸੰਗਤਾਂ ਕਹਿੰਦੀਆਂ ਵੀ ਚਲੋ ਮਹਾਰਾਜ ਤਾਂ ਨਹੀਂ ਆਏ, ਪਰ ਮਹਾਰਾਜ ਦਾ ਪੁੱਤਰ ਆਇਆ ਹੈ, ਚੱਲ ਕੇ ਦਰਸ਼ਨ ਕਰੀਏ। ਗਰੀਬ ਅਮੀਰ, ਊਚ ਨੀਚ, ਵੱਡੇ ਛੋਟੇ, ਹਿੰਦੂ ਮੁਸਲਮਾਨ ਸਾਰੇ ਹੀ ਆ ਰਹੇ ਹਨ। ਵੱਡੀ ਭੀੜ ਹੁਣ ਲੋਕਨ ਕੇਰੀ। ਲੋਕਾਂ ਦੀ ਬੜੀ ਭੀੜ ਹੋ ਜਾਂਦੀ ਹੈ। ਸਾਰਾ ਦਿਨ ਮਜਨੂ ਦੇ ਟਿੱਲੇ ਮੇਲਾ ਲੱਗਾ ਰਹਿੰਦਾ ਹੈ। ਬੰਧਨ ਕਰਹਿ ਚਾਹ ਸੋਹੇਰੀ। ਬੜੀ ਚਾਹਨਾ ਨਾਲ ਸਿੱਖ ਆ ਕੇ ਬਾਬਾ ਰਾਮ ਰਾਏ ਜੀ ਨੂੰ ਮੱਥਾ ਟੇਕਦੇ ਹਨ, ਉਹਨਾਂ ਦੇ ਬਚਨ ਸੁਣਦੇ ਹਨ।
ਗੁਰਬਾਣੀ ਦਾ ਕੀਰਤਨ ਹੁੰਦਾ ਰਹਿੰਦਾ ਹੈ। ਬਾਬਾ ਜੀ ਕੀਰਤਨ ਸੁਣਦੇ ਨਾਲ ਸੰਗਤਾਂ ਬਹਿ ਕੇ ਕੀਰਤਨ ਸੁਣਦੀਆਂ ਹਨ। ਇਸ ਪ੍ਰਕਾਰ ਰਹਿਬੇ ਪੁਰ ਲਾਗੇ। ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਦਿੱਲੀ 'ਚ ਰਹਿਣ ਲੱਗ ਪਏ। ਮਜਨੂ ਦੇ ਟਿੱਲੇ ਤੇ ਪੜਾਅ ਕਰ ਲਿਆ। ਹਜ਼ਾਰਾਂ ਲੋਕ ਮਜਨੂ ਦੇ ਟਿੱਲੇ ਰੋਜ਼ ਆ ਕੇ ਦਰਸ਼ਨ ਕਰਨ ਲੱਗੇ। ਸਿੱਖ ਸੰਗਤ ਦਰਸਹਿ ਅਨੁਰਾਗੇ। ਸਿੱਖ ਸੰਗਤਾਂ ਬੜੇ ਪ੍ਰੇਮ ਨਾਲ ਬਾਬਾ ਜੀ ਦੇ ਦਰਸ਼ਨ ਕਰਦੀਆਂ ਹਨ। ਨਾਰੰਗ ਸ਼ਾਹ ਜਬੈ ਬੁਲਵਾਵੈ। ਜਦੋਂ ਬਾਦਸ਼ਾਹ ਔਰੰਗਜ਼ੇਬ ਦਾ ਜੀ ਕਰਦਾ ਹੈ ਵੀ ਬਾਬਾ ਜੀ ਦੇ ਦਰਸ਼ਨ ਕਰਨੇ, ਆਪਣੇ ਬੰਦਿਆਂ ਨੂੰ ਭੇਜ ਦਿੰਦਾ ਹੈ ਕਿ ਬਾਬਾ ਰਾਮ ਰਾਏ ਜੀ ਨੂੰ ਬੇਨਤੀ ਕਰੋ ਕਿਲੇ ਵਿੱਚ ਆ ਕੇ ਦਰਸ਼ਨ ਦੇਣ। ਤੇ ਬਾਬਾ ਜੀ ਬਾਦਸ਼ਾਹ ਨੂੰ ਦਰਸ਼ਨ ਦੇਣ ਕਿਲੇ 'ਚ ਜਾਂਦੇ ਹਨ। ਬੈਠ ਪਾਲਕੀ ਅੰਤਰ ਆਵੈ। ਬਾਬਾ ਜੀ ਪਾਲਕੀ 'ਚ ਬੈਠ ਜਾਂਦੇ ਹਨ ਤੇ ਕਹਾਰ ਸਿੱਖ ਪਾਲਕੀਆਂ ਚੁੱਕ ਕੇ ਲੈ ਜਾਂਦੇ ਹਨ। ਹਰਖਤ ਕਰੈ ਪਰਸਪਰ ਬਾਤ। ਤੇ ਬਾਦਸ਼ਾਹ ਬਾਬਾ ਜੀ ਨਾਲ ਕਈ ਘੰਟੇ ਗੱਲਾਂ ਬਾਤਾਂ ਕਰਦਾ ਰਹਿੰਦਾ। ਬੜੇ ਸਵਾਲ ਪੁੱਛਦਾ ਹੈ, ਬੜੇ ਬਚਨ ਵਿਲਾਸ ਹੁੰਦੇ ਨੇ। ਵੱਖਰੇ ਵੱਖਰੇ ਵਿਸ਼ਿਆਂ ਤੇ ਬਾਦਸ਼ਾਹ ਦੇ ਸ਼ੰਕਿਆਂ ਦਾ ਬਾਬਾ ਜੀ ਜਵਾਬ ਦਿੰਦੇ ਹਨ। ਕਿਤਕ ਦੇਰ ਟਿਕ ਡੇਰੇ ਜਾਤ। ਘੰਟਾ 2 ਘੰਟੇ ਬਾਦਸ਼ਾਹ ਕੋਲ ਬਹਿ ਕੇ ਬਾਦਸ਼ਾਹ ਨੂੰ ਦਰਸ਼ਨ ਦੇ ਕੇ ਫਿਰ ਬਾਬਾ ਰਾਮ ਰਾਏ ਜੀ ਮਜਨੂ ਦੇ ਟਿੱਲੇ ਵਾਪਸ ਆ ਜਾਂਦੇ ਹਨ। ਇੱਕ ਦਿਵਸ ਅੰਤਰ ਚਲ ਗਇਓ। ਇੱਕ ਦਿਨ ਦੀ ਗੱਲ ਹੈ ਕਿ ਬਾਬਾ ਜੀ ਅੰਦਰ ਗਏ ਹਨ। ਬਚਨ ਬਿਲਾਸ ਅਦਕ ਹੀ ਭਇਓ। ਤੇ ਬਾਦਸ਼ਾਹ ਨਾਲ ਬੜੀਆਂ ਖੁੱਲੀਆਂ ਗੱਲਾਂ ਬਾਤਾਂ ਕੀਤੀਆਂ ਹਨ। ਤੇ ਛਨ ਇੱਕ ਮੱਕੇ ਤੇ ਹਾਜੀ। ਉਹਨੇ ਨੂੰ ਸਾਧ ਸੰਗਤ ਜੀ ਇੱਕ ਹਾਜੀ ਆ ਗਿਆ। ਹਾਜੀ ਕੌਣ ਹੁੰਦਾ? ਜਿਹੜਾ ਯਾਤਰਾ ਕਰਕੇ ਹੱਜ ਕਰਕੇ ਆਇਆ ਹੋਵੇ। ਆਪਾਂ ਯਾਤਰਾ ਕਹਿੰਦੇ ਹਾਂ। ਜਿਵੇਂ ਆਪਾਂ ਸ੍ਰੀ ਅੰਮ੍ਰਿਤਸਰ ਦੀ ਯਾਤਰਾ, ਹਜ਼ੂਰ ਸਾਹਿਬ ਦੀ ਯਾਤਰਾ, ਹੇਮਕੁੰਟ ਸਾਹਿਬ ਦੀ ਯਾਤਰਾ, ਪਟਨਾ ਸਾਹਿਬ ਦੀ ਯਾਤਰਾ ਕਰਦੇ ਹਾਂ, ਗੁਰਦੁਆਰਿਆਂ ਦੀ ਯਾਤਰਾ ਕਰਦੇ ਹਾਂ। ਸਾਡੀ ਬੋਲੀ ਯਾਤਰਾ ਸ਼ਬਦ ਹੈ। ਮੁਸਲਮਾਨ ਮੱਕੇ ਦਾ ਹੱਜ ਕਰਨਾ ਕਹਿੰਦੇ ਨੇ। ਹੱਜ ਮੈਨੇ ਯਾਤਰਾ ਹੀ ਹੁੰਦੀ ਹੈ। ਮੱਕੇ ਤੋਂ ਹੱਜ ਕਰਕੇ ਇੱਕ ਹਾਜੀ ਆਇਆ। ਉਦੋਂ ਮੱਕੇ ਦਾ ਹੱਜ ਕਰਨਾ ਬੜਾ ਔਖਾ ਸੀਗਾ। ਹੁਣ ਤਾਂ ਹੱਜ ਕਰਨਾ ਜਹਾਜ਼ ਦੀ ਟਿਕਟ ਲੈਂਦੇ ਮੁਸਲਮਾਨ ਚਲੇ ਜਾਂਦੇ ਆ, ਪਰ ਉਦੋਂ ਹੱਜ ਕਰਨ ਵਾਸਤੇ ਪੈਦਲ ਜਾਣਾ ਪੈਂਦਾ ਸੀ ਜਾਂ ਸਮੁੰਦਰ ਦੇ ਜਹਾਜ਼ ਜਿਹੜੇ ਸਮੁੰਦਰੀ ਸ਼ਿਪ ਹਨ ਉਹਨਾਂ ਵਿੱਚ ਬੇੜਿਆਂ ਵਿੱਚ ਜਾਣਾ ਪੈਂਦਾ ਸੀ। ਸੋ ਮੱਕੇ ਦਾ ਹੱਜ ਕਰਕੇ ਕੋਈ ਆਉਂਦਾ ਸੀ ਨਾ, ਮੁਸਲਮਾਨ ਉਹਦੀ ਬੜੀ ਇੱਜ਼ਤ ਕਰਦੇ ਸੀ। ਉਹਨੂੰ ਹਾਜੀ ਸਾਹਿਬ ਕਹਿੰਦੇ ਸੀ। ਉਹ ਹਾਜੀ ਜਦੋਂ ਆਇਆ ਹੈ ਮੱਕੇ ਦਾ ਹੱਜ ਕਰਕੇ, ਆਇਓ ਪਰ ਸੁਧ ਦੀਨਸ ਕਾਜੀ। ਕਾਜ਼ੀਆਂ ਨੂੰ ਮਿਲਿਆ ਹੈ। ਕਾਜ਼ੀ ਨੇ ਆ ਕੇ ਬਾਦਸ਼ਾਹ ਨੂੰ ਖਬਰ ਦਿੱਤੀ ਹੈ ਕਿ ਬਾਦਸ਼ਾਹ ਸਲਾਮਤ ਇੱਕ ਹਾਜੀ ਸਾਹਿਬ ਆਏ ਨੇ। ਉਹ ਮੱਕੇ ਸ਼ਰੀਫ ਦਾ ਹੱਜ ਕਰਕੇ ਆਏ ਨੇ। ਸੋ ਆਪਣੇ ਤਬ ਨਿਕਟ ਬੁਲਾਵਾ। ਬਾਦਸ਼ਾਹ ਨੇ ਉਹਨੂੰ ਆਪਣੇ ਕੋਲ ਸੱਦਿਆ ਵੀ ਜਿਹੜਾ ਹਾਜੀ ਮੱਕੇ ਦਾ ਦਰਸ਼ਨ ਕਰਕੇ ਆਇਆ ਮੈਂ ਉਹਦੇ ਦਰਸ਼ਨ ਕਰ ਲਵਾਂ, ਕਿਉਂਕਿ ਔਰੰਗਜ਼ੇਬ ਮੱਕੇ ਸਰੀਰ ਕਰਕੇ ਕਦੀ ਨਹੀਂ ਗਿਆ। ਉਹਨੂੰ ਸਾਰੀ ਜ਼ਿੰਦਗੀ ਟਾਈਮ ਨਹੀਂ ਮਿਲਿਆ ਮੱਕੇ ਦਾ ਹੱਜ ਕਰਨ ਦਾ। ਤਾਂ ਉੱਦਾਂ ਕਹਿੰਦੇ ਆ ਵੀ ਸੁਰਤੀ ਨਾਲ ਜਾਂਦਾ ਸੀ, ਪਰ ਸਰੀਰ ਕਰਕੇ ਨਹੀਂ ਸੀ ਜਾ ਸਕਿਆ। ਕਹਿਣ ਲੱਗਾ ਹਾਜੀਆਂ ਨੂੰ ਬੁਲਾਓ, ਜਿਹੜਾ ਹਾਜੀ ਆਇਆ ਉਹਨੂੰ ਮੈਂ ਦਰਸ਼ਨ ਕਰ ਲਵਾਂ। ਤਹ ਕੇ ਫਲ ਕੁਛ ਲੈ ਕਰ ਆਵਾ। ਉਹ ਮੱਕੇ ਦੇ ਫਲ ਲੈ ਕੇ ਆਇਆ। ਮੱਕੇ ਤੋਂ ਕੋਈ ਪ੍ਰਸ਼ਾਦ, ਜਿਵੇਂ ਆਪਣੀਆਂ ਸੰਗਤਾਂ ਜਾਂਦੀਆਂ, ਕੋਈ ਗੁਰਦੁਆਰਿਆਂ 'ਚੋਂ ਕੜਾ ਲੈ ਆਉਂਦੇ, ਕੋਈ ਕੜਾਹ ਪ੍ਰਸ਼ਾਦ ਲੈ ਆਉਂਦੇ, ਕੋਈ ਪਿੰਨੀ ਦਾ ਪ੍ਰਸ਼ਾਦ ਲੈ ਆਉਂਦੇ, ਕੋਈ ਪਤਾਸੇ ਹੀ ਲੈ ਆਉਂਦਾ, ਜਾਂ ਰੀਠਾ ਸਾਹਿਬ ਜਾਈਏ ਤਾਂ ਉੱਥੋਂ ਰੀਠਿਆਂ ਦਾ ਪ੍ਰਸ਼ਾਦ ਮਿਲ ਜਾਂਦਾ। ਉਹ ਪ੍ਰਸ਼ਾਦ ਵਜੋਂ ਬਾਦਸ਼ਾਹ ਦੇ ਵਾਸਤੇ ਮੱਕੇ ਦੇ ਫਲ ਲੈ ਕੇ ਆਇਆ ਹੈ। ਬੂਝ ਤਹਾਂ ਕੀ ਸੁਧ ਸਭ ਆਛੇ। ਤੇ ਉਹ ਜਦੋਂ ਆ ਕੇ ਬੈਠਾ ਉਹਨੇ ਸਲਾਮ ਅਲੈਕਮ ਵਾਲੇਕਮ ਸਲਾਮ ਬੋਲਿਆ। ਬਾਦਸ਼ਾਹ ਉਹਨੂੰ ਕੋਲ ਬਿਠਾ ਲਿਆ ਤੇ ਬਾਦਸ਼ਾਹ ਨੇ ਉੱਥੋਂ ਦੀ ਮੱਕੇ ਦੀ ਖਬਰਸਾਰ ਪੁੱਛੀ। ਹਾਜੀ ਸਾਹਿਬ ਤੁਸੀਂ ਦੱਸੋ ਮੱਕਾ ਸ਼ਰੀਫ ਸਭ ਠੀਕ ਹੈ? ਉੱਥੋਂ ਦਾ ਪ੍ਰਬੰਧ ਠੀਕ ਚੱਲ ਰਿਹਾ? ਉੱਥੇ ਕਿਸੇ ਚੀਜ਼ ਦੀ ਲੋੜ ਤਾਂ ਨਹੀਂ? ਕਿਉਂਕਿ ਔਰੰਗਜ਼ੇਬ ਵਰਗੇ ਬਾਦਸ਼ਾਹ ਮੁਸਲਮਾਨ ਜਿਹੜੇ ਸਨ ਉਹ ਮੱਕੇ ਦਾ ਖਿਆਲ ਰੱਖਦੇ ਸਨ। ਕੋਈ ਚੀਜ਼ ਦੀ ਲੋੜ ਹੋਵੇ ਪੈਸੇ ਟਕੇ ਦੀ ਇੱਥੋਂ ਭੇਜ ਦਿੰਦੇ ਸਨ। ਉੱਥੇ ਕੋਈ ਚੀਜ਼ ਦੀ ਲੋੜ ਹੋਵੇ, ਕਿਸੇ ਚੀਜ਼ ਦੀ ਦਿੱਕਤ ਹੋਵੇ, ਸਾਨੂੰ ਦੱਸੋ। ਫਲਨ ਸਰਾਹਤ ਪਾਹਿਤ ਬਾਂਛੇ। ਤੇ ਉਹ ਜਿਹੜਾ ਹਾਜੀ ਆਇਆ ਸੀ ਉਹਨੇ ਵੀ ਆਪਣੇ ਮੱਕੇ ਦੀ ਵੱਧ ਚੜ੍ਹ ਕੇ ਤਾਰੀਫ ਕੀਤੀ। ਕਹਿਣ ਲੱਗਾ ਬਾਦਸ਼ਾਹ ਸਲਾਮਤ, ਮੱਕਾ ਬੜਾ ਸੁੰਦਰ ਹੈ, ਬਹੁਤ ਠੀਕ ਹੈ, ਸਭ ਕੁਛ ਉੱਥੇ ਕੋਈ ਕਮੀ ਨਹੀਂ ਹੈ।
ਉੱਥੋਂ ਦੀ ਜਿਹੜੀ ਵੀ ਕੋਈ ਗੱਲਬਾਤ ਸੀ, ਖਬਰਸਾਰ ਸੀ, ਉਸ ਹਾਜੀ ਨੇ ਔਰੰਗੇ ਨੂੰ ਦੱਸੀ ਹੈ। ਤਬ ਸ਼੍ਰੀ ਰਾਮ ਰਾਏ ਸੋ ਕਹਿਓ। ਬਾਬਾ ਰਾਮ ਰਾਏ ਜੀ ਕੋਲ ਬੈਠੇ ਸਨ ਤੇ ਬਾਦਸ਼ਾਹ ਦੇ ਮਨ 'ਚ ਫੁਰਨਾ ਆ ਗਿਆ, ਕਹਿਣ ਲੱਗਾ, ਇਨ ਫਲ ਸਮਨਾ ਅਪਰ ਫਲ ਲਹਿਓ। ਬਾਬਾ ਜੀ ਮੈਂ ਫਲ ਬੜੇ ਦੇਖੇ ਪਰ ਇਹਦੇ ਵਰਗੇ ਫਲ ਨਹੀਂ ਦੇਖੇ ਮੈਂ। ਇਹ ਮੱਕੇ ਸ਼ਰੀਫ ਤੋਂ ਆਏ, ਕਿਉਂਕਿ ਉਹ ਮੁਸਲਮਾਨ ਬੜਾ ਕੱਟੜ ਸੀ ਨਾ ਔਰੰਗਜ਼ੇਬ, ਤੇ ਆਪਣੇ ਤਾਂ ਧਰਮ ਦਾ ਕੋਈ ਵੀ, ਜਿਵੇਂ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕੋਈ ਵੀ ਚੀਜ਼ ਆਉਂਦੀ ਆਪਾਂ ਮਹਾਰਾਜ ਦਾ, ਗੁਰੂ ਰਾਮਦਾਸ ਦਾ ਪ੍ਰਸ਼ਾਦ ਸਮਝ ਕੇ ਮੱਥੇ ਨੂੰ ਲਾਉਂਦੇ ਹਾਂ, ਜਾਂ ਹਜ਼ੂਰ ਸਾਹਿਬ ਤੋਂ ਆਉਂਦੀ, ਪਟਨਾ ਸਾਹਿਬ ਤੋਂ ਪ੍ਰਸ਼ਾਦ ਆਇਆ ਮਹਾਰਾਜ ਦਾ, ਪਵਿੱਤਰ ਹੀ ਹੈ, ਜਿਹੋ ਜਿਹਾ ਵੀ ਹੋਵੇ ਉਹ ਭਾਗਾਂ ਵਾਲੇ ਸਮਝ ਕੇ ਆਪਾਂ ਪ੍ਰਵਾਨ ਕਰਦੇ ਹਾਂ ਵੀ ਸਾਡੇ ਭਾਗ ਚੰਗੇ, ਜਿਹੜੇ ਗੁਰੂ ਸਾਹਿਬਾਂ ਦੇ ਅਸਥਾਨਾਂ ਤੋਂ ਸਾਨੂੰ ਬਖਸ਼ਿਸ਼ ਮਿਲੀ ਹੈ, ਸਾਡੇ ਕੋਲ ਆਈ ਹੈ। ਤੋ ਬਾਦਸ਼ਾਹ ਔਰੰਗਜ਼ੇਬ ਕਹਿੰਦਾ ਮੈਂ ਫਲ ਬੜੇ ਦੇਖੇ ਪਰ ਆ ਜਿਹੜੇ ਮੱਕੇ ਦੇ ਫਲ ਨੇ ਇਹੋ ਜਿਹੇ ਫਲ ਨਹੀਂ ਕਦੀ ਖਾਧੇ। ਤੁਮ ਪੀ ਪਹੁੰਚ ਸਕੋ ਕਿਆ ਨਾਹੀ। ਬਾਬਾ ਜੀ ਤੁਸੀਂ ਵੀ ਮੱਕੇ ਜਾ ਸਕਦੇ ਹੋ, ਤੁਸੀਂ ਮੱਕੇ ਪਹੁੰਚ ਸਕਦੇ ਹੋ, ਕੀ ਤੁਹਾਡੇ 'ਚ ਪਾਵਰ ਹੈ, ਸਮਰੱਥਾ ਹੈ ਕਿ ਤੁਸੀਂ ਮੱਕੇ ਜਾ ਸਕਦੇ ਹੋ? ਬਿਨਾ ਪਹੁੰਚ ਅਸ ਫਲ ਕੇ ਮਖਾਹੀ। ਕਿਉਂਕਿ ਜੇ ਉੱਥੇ ਮੱਕੇ ਜਾਵਾਂਗੇ ਤਾਂ ਹੀ ਉੱਥੋਂ ਦੇ ਫਲ ਖਾਧੇ ਜਾਣਗੇ, ਉੱਥੋਂ ਦੇ ਫਲ ਕੋਈ ਲੈ ਕੇ ਆਵੇਗਾ ਤਾਂ ਹੀ ਖਾਵਾਂਗੇ। ਸੋ ਬਾਬਾ ਜੀ ਤੁਸੀਂ ਦੱਸੋ ਵੀ ਮੱਕੇ ਜਾ ਸਕਦੇ ਹੋ ਤੁਸੀਂ? ਹਾਂਜੀ। ਪੈਗੰਬਰ ਕੀ ਅਜ਼ਮਤ ਤਹਾਂ। ਉੱਥੇ ਸਾਡੇ ਰਸੂਲ ਅੱਲਾ ਹਜ਼ਰਤ ਮੁਹੰਮਦ ਸਾਹਿਬ ਜੀ ਰਹੇ ਹੋਰ ਬਿਰਾਜੇ ਸਨ, ਉਹਨਾਂ ਦੀ ਉੱਥੇ ਕਰਾਮਾਤ ਪ੍ਰਤੱਖ ਵਰਤਦੀ ਹੈ। ਸਾਡਾ ਉੱਥੇ ਪੈਗੰਬਰ ਮੁਹੰਮਦ ਸਾਹਿਬ ਜੀ ਹੋਏ ਨੇ, ਉਹਨਾਂ ਨੇ ਇਸਲਾਮ ਦੀ ਨੀਂਹ ਰੱਖੀ ਸੀ। ਸੋ ਆਪਣੇ ਪੈਗੰਬਰ ਦੇ ਸ਼ਹਿਰ ਦੇ ਫਲ ਖਾਣ ਨੂੰ ਮੇਰਾ ਬੜਾ ਜੀਅ ਕਰਦਾ ਹੈ, ਜਾਣ ਨੂੰ ਵੀ ਜੀਅ ਕਰਦਾ ਹੈ, ਪਰ ਮੈਂ ਜਾ ਨਹੀਂ ਸਕਦਾ, ਰਾਜ ਕਾਜ ਦੇ ਕੰਮ ਹੀ ਇਹੋ ਜਿਹੇ ਹਨ। ਹਿੰਦੂ ਪਹੁੰਚ ਸਕ ਹੈ ਨਹ ਜਹਾਂ। ਬਾਬਾ ਜੀ ਨਾਲੇ ਉੱਥੇ ਤਾਂ ਸਿਰਫ ਮੁਸਲਮਾਨ ਜਾ ਸਕਦੇ ਨੇ, ਹਿੰਦੂ ਨਹੀਂ ਜਾ ਸਕਦੇ। ਕਿਸੇ ਹੋਰ ਧਰਮ ਦਾ ਬੰਦਾ ਮੱਕੇ 'ਚ ਨਹੀਂ ਜਾ ਸਕਦਾ। ਹੁਣ ਵੀ ਹੈ, ਮੱਕੇ ਦੇ ਏਅਰਪੋਰਟ 'ਤੇ ਦੂਜੀ ਕੌਮ ਦਾ ਬੰਦਾ ਨਹੀਂ ਉਤਰ ਸਕਦਾ। ਮੁਸਲਮਾਨ ਨੂੰ ਅਲਾਉਡ ਹੈ, ਕਿਸੇ ਦੂਸਰੇ ਈਸਾਈ ਹੋਵੇ, ਹਿੰਦੂ ਹੋਵੇ, ਸਿੱਖ ਹੋਵੇ, ਜੈਨੀ ਬੋਧੀ ਹੋਵੇ, ਸਵਾਲ ਹੀ ਨਹੀਂ ਪੈਦਾ ਹੁੰਦਾ ਮੱਕੇ ਜਾਵੇ। ਮੁਸਲਮਾਨ ਜਾ ਸਕਦਾ, ਦੂਸਰਾ ਮੱਕੇ ਨਹੀਂ ਪਹੁੰਚਣ ਦਿੰਦੇ, ਉਤਰਨ ਨਹੀਂ ਦਿੰਦੇ, ਵੜਨ ਨਹੀਂ ਦਿੰਦੇ ਮੱਕੇ ਵਿੱਚ। ਫਲ ਮੁਦ ਰੇਜਨ ਸਵਾਦ ਬਿਸਾਲੇ। ਪਰ ਬਾਬਾ ਜੀ ਮੱਕੇ ਦੇ ਫਲ ਬੜੇ ਮਿੱਠੇ ਨੇ, ਬੜੇ ਸਵਾਦ ਨੇ, ਮੈਂ ਖਾਧੇ, ਮੈਨੂੰ ਤਾਂ ਬੜਾ ਆਨੰਦ ਆਇਆ ਹੈ। ਅਪਰ ਨ ਮਹਿ ਮਹਿ ਬਹੁ ਹਮ ਭਾਲੇ। ਹੋਰ ਧਰਤੀ ਤੇ ਕਿਤੇ ਮੈਨੂੰ ਇਦਾਂ ਦੇ ਫਲ ਨਹੀਂ ਮਿਲੇ। ਜੇਕਰ ਤਹਾਂ ਰਸੀਦ ਤੁਮਾਰੀ। ਬਾਬਾ ਜੀ ਜੇ ਤੁਸੀਂ ਜਾ ਸਕਦੇ ਹੋ, ਤੁਹਾਡੀ ਪਹੁੰਚ ਹੈ ਮੱਕੇ, ਨਹ ਅਟਕਹੁ ਤਿਸ ਤੇ ਬਲ ਭਾਰੀ। ਤੇ ਫਿਰ ਤੁਹਾਨੂੰ ਮੱਕੇ ਵਾਲੇ ਰੋਕ ਵੀ ਨਹੀਂ ਸਕਦੇ, ਕਿਉਂਕਿ ਕਰਾਮਾਤੀ ਪੁਰਸ਼ ਨੂੰ ਕੌਣ ਰੋਕ ਸਕਦਾ? ਤੁਹਾਡੇ ਕੋਲ ਕਰਾਮਾਤ ਹੈ, ਜਾਰੀ ਸ਼ਕਤੀ ਹੈ, ਤੁਸੀਂ ਗੁਰੂ ਸਾਹਿਬ ਦੇ ਪੁੱਤਰ ਹੋ। ਜੇ ਤੁਸੀਂ ਜਾ ਸਕਦੇ ਹੋ ਮੱਕੇ ਵਿੱਚ ਤਾਂ ਤੁਮ ਤਹ ਕੇ ਫਲ ਮੰਗਵਾਵਹੁ। ਤਾਂ ਬਾਬਾ ਜੀ ਮੇਰੇ ਤੇ ਮਿਹਰਬਾਨੀ ਕਰੋ, ਮੈਨੂੰ ਮੱਕੇ ਦੇ ਫਲ ਲਿਆ ਕੇ ਖਵਾਓ। ਕਰਹਿ ਪ੍ਰਤੀਤ ਅਬ ਹੈ ਦਿਖਰਾਵਹੁ। ਜੇ ਤੁਸੀਂ ਮੈਨੂੰ ਹੁਣੇ ਹੀ ਮੱਕੇ ਦੇ ਫਲ ਦਿਖਾ ਦਿਓ, ਮੇਰਾ ਭਰੋਸਾ ਪੱਕਾ ਹੋ ਜੇ। ਤੁਸੀਂ ਬੜੇ ਮਹਾਂਪੁਰਸ਼ ਹੋ, ਮੈਨੂੰ ਵਿਸ਼ਵਾਸ ਹੈ ਕਿ ਜਿਹੜਾ ਕੰਮ ਨਹੀਂ ਹੋ ਸਕਦਾ ਬਾਬਾ ਰਾਮ ਰਾਏ ਜੀ ਤੁਸੀਂ ਕਰ ਸਕਦੇ ਹੋ। ਪੈਗੰਬਰ ਜੇ ਮਨਹਿ ਆਨ। ਜਿਹੜੇ ਪੈਗੰਬਰ ਸਾਹਿਬ ਨੂੰ, ਹਜ਼ਰਤ ਮੁਹੰਮਦ ਸਾਹਿਬ ਨੂੰ ਮੰਨਦੇ ਹਨ, ਤਾਂ ਪ੍ਰਾਪਤ ਹੋਏ ਤੁਮਰੇ ਪਾਨ। ਤੇ ਉਹਨਾਂ ਨੂੰ ਤਾਂ ਉੱਥੇ ਜਾ ਕੇ ਫਲ ਖਾਣ ਨੂੰ ਮਿਲ ਜਾਂਦੇ ਹਨ। ਮੁਸਲਮਾਨ ਤੋਂ ਬਿਨਾਂ ਉੱਥੇ ਕੋਈ ਜਾ ਨਹੀਂ ਸਕਦਾ। ਤੁਸੀਂ ਹਿੰਦੂ ਧਰਮ ਵਿੱਚ ਜਨਮ ਲਿਆ ਹੈ ਜਾਂ ਗੁਰੂ ਨਾਨਕ ਦੀ ਸਿੱਖੀ ਵਿੱਚ ਹੋ, ਤੁਹਾਨੂੰ ਵੀ ਉੱਥੇ ਮੱਕੇ ਵਿੱਚ ਵੜਨ ਨਹੀਂ ਦੇਣਾ। ਜੇ ਤੁਹਾਡੇ 'ਚ ਸਮਰੱਥਾ ਹੈ ਤੇ ਤੁਸੀਂ ਲਿਆ ਕੇ ਮੈਨੂੰ ਖਵਾ ਸਕਦੇ ਹੋ। ਬੋਲਿਓ ਸਤਿਗੁਰ ਸੁਤ ਸੁਨ ਬਾਤ। ਬਾਬਾ ਰਾਮ ਰਾਏ ਜੀ ਔਰੰਗਜ਼ੇਬ ਦੀ ਗੱਲ ਸੁਣ ਕੇ ਬੋਲੇ, ਇਹ ਬਾਦਸ਼ਾਹ ਸੁਣ, ਸ਼੍ਰੀ ਨਾਨਕ ਭੇ ਜਗ ਬਖਿਆਤ। ਕੌਣ ਕਹਿੰਦਾ ਵੀ ਮੁਸਲਮਾਨ ਤੋਂ ਬਿਨਾਂ ਉੱਥੇ ਜਾ ਨਹੀਂ ਸਕਦੇ? ਸਾਡੇ ਸਤਿਗੁਰੂ ਗਏ ਸਨ, ਸਾਰੀ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮੱਕੇ ਗਏ ਸਨ। ਦੋਇ ਸੇਵਕ ਆਪਣੇ ਸੰਗ ਲੀਨ। ਔਰ 2 ਸਿੱਖਾਂ ਨੂੰ ਵੀ ਨਾਲ ਲੈ ਕੇ ਗਏ ਸਨ। ਮਹਾਰਾਜ ਗੁਰੂ ਨਾਨਕ ਸਾਹਿਬ ਇਕੱਲੇ ਨਹੀਂ ਗਏ, 2 ਸੇਵਾਦਾਰ ਪੰਜਾਬ ਤੋਂ ਨਾਲ ਗਏ ਸਨ। ਮੱਕੇ ਸਥਲ ਪਹੁੰਚੋ ਬੋਕੀਨ। ਇੱਕ ਭਾਈ ਮਰਦਾਨਾ ਸੀ, ਇੱਕ ਭਾਈ ਬਾਲਾ ਸੀ।
ਦੋਵਾਂ ਸਮੇਤ ਗੁਰੂ ਸਾਹਿਬ ਮੱਕੇ ਪਹੁੰਚੇ ਸਨ। ਕਰਾਮਾਤ ਜੋ ਤਹਾਂ ਦਿਖਾਈ। ਔਰ ਉੱਥੇ ਜਿਹੜੀ ਕਰਾਮਾਤ ਦਿਖਾਈ ਸੀ ਉਹ ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਵਿੱਚ ਲਿਖੀ ਹੋਈ ਹੈ। ਸੋ ਸਗਰੇ ਜਗ ਮਹਿ ਬਿਦਤਾਈ। ਉਹ ਸਾਰੇ ਸੰਸਾਰ 'ਚ ਪ੍ਰਗਟ ਹੈ। ਉਹਦਾ ਸਾਰੇ ਮੁਸਲਮਾਨ ਵੀ ਜਾਣਦੇ ਆ, ਹਿੰਦੂ ਵੀ ਜਾਣਦੇ ਆ, ਸਾਰੀ ਦੁਨੀਆ ਜਾਣਦੀ ਹੈ ਵੀ ਜਦੋਂ ਰਾਤ ਨੂੰ ਮਹਾਰਾਜ ਮੱਕੇ ਵੱਲ ਚਰਨ ਕਰਕੇ ਸੁੱਤੇ ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ, ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ। ਜੀਵਨ ਕਾਜੀ ਨੇ ਆ ਕੇ ਸੱਚੇ ਪਾਤਸ਼ਾਹ ਨੂੰ ਲੱਤ ਮਾਰੀ ਤੇ ਕਹਿਣ ਲੱਗਾ ਕਿਹੜਾ ਕਾਫਰ ਸੁੱਤਾ ਲੱਤਾਂ ਵੱਲ ਖੁਦਾਏ ਦੇ, ਕਿਉਂ ਕਰ ਪਿਆ ਹੋਏ ਬਜਗਾਰੀ। ਅੱਲਾਹ ਦੇ ਘਰ ਵੱਲ ਲੱਤਾਂ ਕੀਤੀਆਂ, ਪੈਰ ਕੀਤੇ ਹੈ। ਤੇ ਗੁਰੂ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਕਾਜੀ ਸਾਹਿਬ ਅਸੀਂ ਬੜੀ ਦੂਰੋਂ ਆਏ ਹਾਂ, ਥੱਕੇ ਹੋਏ ਸੀ, ਪੈ ਗਏ ਹਾਂ, ਤੁਸੀਂ ਇੱਦਾਂ ਕਰੋ ਜਿੱਧਰ ਖੁਦਾ ਦਾ ਘਰ ਨਹੀਂ ਮੇਰੀਆਂ ਟੰਗਾਂ ਉਧਰ ਕਰ ਦਿਓ। ਟੰਗੋਂ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ। ਜੀਵਨ ਕਾਜੀ ਨੇ ਮਹਾਰਾਜ ਦੇ ਚਰਨ ਫੜੇ ਤੇ ਜ਼ੋਰ ਨਾਲ ਘੁਮਾਇਆ, ਪਰ ਜਿੱਥੇ ਉਹ ਚਰਨ ਰੱਖਣ ਲੱਗਾ ਫਿਰ ਦੇਖਿਆ ਤੇ ਮੱਕਾ ਉਧਰ ਹੀ ਸੀਗਾ। ਫਿਰ ਉਹ ਦੂਜੇ ਪਾਸੇ ਘੁਮਾ ਕੇ ਲੈ ਗਿਆ ਚਰਨਾਂ ਨੂੰ, ਉਧਰ ਦੇਖਿਆ ਮੱਕਾ ਉਧਰ ਸੀ। ਤੇ ਉਹ 3-4 ਵਾਰੀ ਉਹਨੇ ਇੱਧਰ ਉੱਧਰ ਕੀਤਾ, ਫਿਰ ਉਹਨੇ ਚਰਨ ਛੱਡ ਦਿੱਤੇ ਤੇ ਮੱਥਾ ਟੇਕਤਾ। ਸੋ ਇਸ ਤਰ੍ਹਾਂ ਦੇ ਮਹਾਰਾਜ ਗੁਰੂ ਨਾਨਕ ਦੇਵ ਸਾਡੇ ਗੁਰੂ ਹੋਏ ਨੇ ਔਰੰਗਜ਼ੇਬ, ਜਿਹੜੇ ਉੱਥੇ ਮੱਕੇ 'ਚ ਜਾ ਕੇ ਆਪਣੀ ਕਲਾ ਵਿਖਾਈ ਸੀ। ਤਿਸ ਤੇ ਭੀ ਬਹੁ ਬਿਖਮ ਸਥਲ ਕੋ। ਹਾਂ, ਇਹ ਮੱਕੇ ਜਾਣਾ ਤਾਂ ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ। ਗੁਰੂ ਨਾਨਕ ਸਾਹਿਬ ਤਾਂ ਸੰਸਾਰ ਦੇ ਕੋਨੇ-ਕੋਨੇ ਤੇ ਗਏ ਨੇ। ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਟੋਆ, ਧਰਤੀ ਦੇ 9 ਖੰਡ ਨੇ, ਉੱਥੇ ਵੀ ਗਏ ਨੇ। ਖੰਡਾਂ ਬ੍ਰਹਮੰਡਾਂ 'ਚ ਦੂਸਰੇ ਜਿਹੜੇ ਬ੍ਰਹਮੰਡ ਨੇ, ਦੂਸਰੀਆਂ ਗਲੈਕਸੀ 'ਚ ਉੱਥੇ ਵੀ ਗਏ ਨੇ। ਕੋਈ ਜਗ੍ਹਾ ਐਸੀ ਨਹੀਂ ਜਿੱਥੇ ਗੁਰੂ ਨਾਨਕ ਨਹੀਂ ਜਾ ਸਕਦਾ। ਅਵਗਾਹੇ ਸਭ ਕਰ ਨਿਜ ਬਲ ਕੋ। ਗੁਰੂ ਗੁਰੂ ਨਾਨਕ ਸਾਹਿਬ ਦਾ ਬਲ ਵੱਡਾ ਹੈ ਔਰੰਗਜ਼ੇਬ। ਉਹਨਾਂ ਵਰਗਾ ਸੰਸਾਰ ਤੇ ਕੋਈ ਪੀਰ ਪੈਗੰਬਰ ਅਵਤਾਰ ਔਲੀਆ ਨਹੀਂ ਹੋਇਆ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਆਪਣੀ ਆਤਮਿਕ ਸ਼ਕਤੀ ਨਾਲ ਮੇਰੇ ਸਤਿਗੁਰੂ ਜੀ ਸਾਰੀ ਸ੍ਰਿਸ਼ਟੀ ਦਾ ਚੱਕਰ ਲਾਇਆ ਹੈ। ਹਮ ਪੀ ਦਾਸ ਅਹ ਤਿਨ ਕੇਰੇ। ਅਸੀਂ ਵੀ ਉਹਨਾਂ ਦੇ ਸਿੱਖ ਹਾਂ, ਅਸੀਂ ਗੁਰੂ ਨਾਨਕ ਦੇ ਚਰਨਾਂ ਦੇ ਸੇਵਕ ਹਾਂ। ਕਹ ਮੰਗਾਏ ਦੇਹ ਬਿਨ ਦੇਰੇ। ਜੇ ਤੈਨੂੰ ਫਲ ਖਾਣ ਦੀ ਇੱਛਾ ਤੇ ਅਸੀਂ ਇੱਥੇ ਬੈਠੇ ਹੀ ਖਵਾ ਦੇਵਾਂਗੇ। ਤੂੰ ਮੱਕੇ ਦੇ ਫਲ ਕਹਿਣਾ, ਹੁਣੇ ਮੰਗਾ ਦਿੰਨੇ ਆ, ਇਹ ਕਿਹੜੀ ਗੱਲ ਹੈ। ਹਾਂਜੀ, ਇਮ ਕਹਿ ਤੋ ਨੌ ਰੰਗ ਕੇ ਸਾਥ। ਇੱਦਾਂ ਇੱਕ ਪਾਸੇ ਤੇ ਹਾਜੀ ਲੈ ਕੇ ਆਇਆ ਸੀ ਫਲ, ਉਹਨਾਂ ਫਲਾਂ ਨੂੰ ਵੇਖ ਕੇ ਹੀ ਔਰੰਗੇ ਨੂੰ ਇੱਛਾ ਹੋਈ ਸੀ ਵੀ ਉੱਥੋਂ ਬਾਬਾ ਜੀ ਕੋਲੋਂ ਵੀ ਫਲ ਮੰਗਵਾਈਏ, ਦੇਖੀਏ ਵੀ ਉਹੀ ਫਲ ਨੇ ਕਿ ਹੋਰ ਨੇ। ਇੱਦਾਂ ਕਹਿੰਦੇ ਜਦੋਂ ਔਰੰਗਜ਼ੇਬ ਨੇ ਬਚਨ ਕੀਤਾ ਤੇ ਬਾਬਾ ਜੀ ਕਹਿੰਦੇ ਤੈਨੂੰ ਫਲ ਮੰਗਵਾ ਦਿੰਨੇ ਆ। ਵਹਿਰ ਨਿਕਾਸੇ ਪਟ ਤੇ ਹਾਥ। ਤੇ ਬਾਬਾ ਜੀ ਇੱਦਾਂ ਹਜ਼ੂਰੀਏ ਦੇ ਵਿੱਚ ਹੱਥ ਕੀਤੇ ਹੋਏ ਸੀ ਤੇ ਉਸੇ ਵੇਲੇ ਕੱਪੜੇ 'ਚੋਂ ਹੱਥ ਬਾਹਰ ਕੱਢਿਆ। ਫਲ ਮੱਕੇ ਕੇ ਤਬ ਦਿਖਰਾਏ। ਲੈ ਬਾਦਸ਼ਾਹ ਇਹੀ ਫਲ ਮੱਕੇ ਦੇ, ਆ ਲੈ। ਬਾਦਸ਼ਾਹ ਦੀ ਝੋਲੀ 'ਚ ਪਾ ਦਿੱਤੇ। ਲੈ ਵਹ ਮਦਰ ਸਵਾਦ ਸੋ ਖਾਏ। ਬਾਦਸ਼ਾਹ ਨੇ ਲਿਆ ਮੱਕੇ ਦਾ ਪ੍ਰਸ਼ਾਦ, ਮੱਥੇ ਨੂੰ ਲਾਇਆ, ਸਵਾਦ ਬਹੁਤ ਜ਼ਿਆਦਾ, ਜਿਹੜੇ ਪਹਿਲੇ ਖਾਧੇ ਸੀ ਉਹਦੇ ਨਾਲੋਂ ਵੀ ਜ਼ਿਆਦਾ ਸਵਾਦ ਆਇਆ। ਬਿਸਮਿਓ ਸ਼ਾਹ ਹਾਥ ਨਿਜ ਲੀਨੇ। ਕਹਿੰਦੇ ਬਾਦਸ਼ਾਹ ਇਹਨਾਂ ਮੱਕੇ ਦੇ ਫਲਾਂ ਨੂੰ ਵੇਖ ਕੇ ਹੈਰਾਨ ਹੋਈ ਜਾਂਦਾ ਵੀ ਇਹ ਤੇ ਮੂੰਹ ਤੋਂ ਗੱਲ ਕੱਢੀ ਬਾਅਦ 'ਚ ਤੇ ਪੂਰੀ ਪਹਿਲਾਂ ਕਰ ਦਿੱਤੀ ਹੈ। ਐਡਾ ਸ਼ਕਤੀ ਵਾਲਾ ਮਹਾਂਪੁਰਸ਼ ਨਹੀਂ ਕੋਈ ਵੇਖਿਆ। ਪ੍ਰਥਮ ਜੋ ਫਲ ਸੋ ਮਿਲਾਵਨ ਕੀਨੇ। ਜਿਹੜੇ ਪਹਿਲਾਂ ਫਲ ਹਾਜੀ ਲੈ ਕੇ ਆਇਆ ਸੀ ਉਹ ਦੂਜੇ ਹੱਥ 'ਚ ਫੜ ਲਏ, ਜਿਹੜੇ ਬਾਬਾ ਰਾਮ ਰਾਏ ਜੀ ਨੇ ਦਿੱਤੇ ਸੀ ਉਹ ਸੱਜੇ ਹੱਥ 'ਚ ਫੜ ਲਏ। ਇੱਦਾਂ ਮਿਲਾਉਂਦਾ ਹੈ ਵੀ ਫਲ ਸੇਮ ਨੇ ਕਿ ਹੋਰ ਨੇ। ਹਾਂਜੀ, ਇਹ ਤੋ ਤੁਰਤ ਸੋ ਤੋਰੇ ਅਹ। ਕਹਿਣ ਲੱਗਾ ਆਹ ਤਾਂ ਬਾਸੇ ਨੇ, ਫਲ ਤਾਂ ਉਹੀ ਨੇ, ਪਰ ਇਹਨਾਂ ਨੂੰ ਪਤਾ ਨਹੀਂ 6 ਮਹੀਨੇ ਸਾਲ ਟੁੱਟਿਆਂ ਨੂੰ ਹੋ ਗਿਆ ਹੋਣਾ। ਆਹ ਬਿਲਕੁਲ ਤਾਜ਼ੇ ਹੁਣੇ ਡਾਲੀ ਨਾਲੋਂ ਤੋੜੇ ਨੇ, ਕਿਉਂਕਿ ਮੱਕੇ ਤੋਂ ਲੈ ਕੇ ਆਇਆ ਸੀ ਬੰਦਾ, ਵਿਚਾਰੇ ਨੂੰ ਪਤਾ ਨਹੀਂ ਰਸਤੇ 'ਚ ਕਿੰਨਾ ਟਾਈਮ ਲੱਗਾ ਆਉਂਦਿਆਂ। ਮੱਕੇ ਜੇ ਪੈਦਲ ਜਾਣਾ ਹੋਵੇ ਤੇ ਸਾਧ ਸੰਗਤ ਜੀ 6 ਮਹੀਨੇ ਤੋਂ ਬਾਅਦ ਸਾਲ ਤੋਂ ਸਮਾਂ ਲੱਗ ਜਾਂਦਾ ਉੱਥੇ ਜਾਣਾ। ਪਹਿਲਾਂ ਪਾਕਿਸਤਾਨ ਦਾ ਸਾਰਾ ਏਰੀਆ ਟੱਪੋ, ਫਿਰ ਅਫਗਾਨਿਸਤਾਨ ਦਾ, ਫਿਰ ਈਰਾਨ, ਇਰਾਕ, ਤੇ ਫਿਰ ਅੱਗੇ ਸਾਊਦੀ ਅਰਬ 'ਚ ਵੜ ਕੇ ਫਿਰ ਕਿਤੇ ਮੱਕੇ ਜਾਂਦੇ। ਤੇ ਜੇ ਸਮੁੰਦਰ ਦੇ ਰਾਹੀਂ ਜਾਣਾ ਹੋਵੇ ਤੇ ਕਰਾਚੀ ਤੋਂ ਬੰਦਰਗਾਹ 'ਚ ਸ਼ਿਪ 'ਤੇ ਬਹਿ ਕੇ ਬੇੜਾ
ਉਹ ਫਿਰ ਅਰਬ ਮਹਾਸਾਗਰ 'ਚ ਜਾਂਦਾ ਹੈ। ਉੱਥੇ ਫਿਰ ਕਈ ਸੈਂਕੜੇ ਮੀਲ ਪੈਦਲ ਤੁਰਨਾ ਪੈਂਦਾ, ਫਿਰ ਜਾ ਕੇ ਮੱਕੇ ਦੇ ਦਰਸ਼ਨ ਹੁੰਦੇ ਆ। ਸੋ ਇੰਨੀ ਦੂਰੋਂ ਵਿਚਾਰਾ ਉਹ ਹਾਜੀ ਲੈ ਕੇ ਆਇਆ ਸੀ। ਉਹ ਤਾਂ ਬਾਸੇ ਫਲ ਸੀਗੇ, ਪਰ ਜਿਹੜੇ ਬਾਬਾ ਰਾਮ ਰਾਏ ਜੀ ਨੇ ਦਿੱਤੇ ਨੇ ਉਹ ਤਾਜ਼ੇ ਹੁਣੇ ਤੋੜੇ ਹੋਏ ਹਨ। ਸੋ ਸੁਕੇ ਬਹੁਤ ਦਿਨ ਕੇ ਲਹੈ। ਉਹ ਕਈ ਦਿਨਾਂ ਦੇ ਸੁੱਕੇ ਫਲ ਨੇ ਜਿਹੜੇ ਉਹ ਹਾਜੀ ਲੈ ਕੇ ਆਇਆ ਹੈ। ਵਰਨ ਆਕਾਰ ਸਵਾਦ ਸੰਸਾਰੋ। ਪਰ ਫਲ ਉਹੀ ਨੇ, ਨਸਲ ਉਹੀ ਹੈ, ਉਹੀ ਚੀਜ਼ ਹੈ ਜਿਹੜੀ ਹਾਜੀ ਲੈ ਕੇ ਆਇਆ, ਉਹੀ ਫਲ ਨੇ ਜਿਹੜੇ ਬਾਬਾ ਰਾਮ ਰਾਏ ਜੀ ਨੇ ਦਿੱਤੇ ਨੇ। ਫਰਕ ਇੰਨਾ, ਬਾਬਾ ਜੀ ਵਾਲੇ ਤਾਜ਼ੇ ਨੇ, ਹਾਜੀ ਵਾਲੇ ਬਾਸੇ ਨੇ। ਏਰ ਹੇਰ ਔਰ ਅਚਰਜ ਧਾਰੋ। ਬਾਦਸ਼ਾਹ ਵੇਖ ਵੇਖ ਕੇ ਹੈਰਾਨ ਹੋਈ ਜਾਂਦਾ ਤੇ ਕਹਿੰਦਾ ਧੰਨ ਬਾਬਾ ਰਾਮ ਰਾਏ ਜੀ, ਤੁਸੀਂ ਧੰਨ ਹੋ। ਬਿਲਮ ਨ ਲੱਗੀ ਕਰਤ ਹੀ ਬਾਤ। ਕਹਿੰਦੇ ਗੱਲ ਵੀ ਮੂੰਹ ਤੋਂ ਨਿਕਲ ਨਹੀਂ ਦਿੰਦੇ। ਮੈਂ ਤੇ ਗੱਲ ਹੀ ਕੀਤੀ ਅਜੇ ਵੀ ਮੱਕੇ ਦੇ ਫਲ ਲਿਆ ਕੇ ਖਵਾ ਸਕਦੇ ਹੋ, ਤੇ ਕਹਿੰਦੇ ਲੈ ਖਾ ਲੈ। ਨਾਲ ਦੀ ਨਾਲ ਪ੍ਰਤੱਖ ਕਰਕੇ ਵਿਖਾ ਦਿੱਤਾ ਹੈ। ਫਲ ਆਨੇ ਦੀ ਖਤ ਬਖਿਆਤ। ਪ੍ਰਤੱਖ ਦਿਸ ਰਿਹਾ, ਹੱਥਾਂ ਤੇ ਸਰੋਂ ਜਮੀ ਪਈ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਸਾਹਮਣੇ ਦਿਖਾ ਦਿੱਤਾ ਹੈ, ਮੂੰਹ ਤੋਂ ਬਚਨ ਕੱਢਿਆ ਤੇ ਨਾਲ ਹੀ ਪੂਰਾ ਕਰ ਦਿੱਤਾ ਹੈ। ਜਿਨ ਜਿਨ ਪਿਖੇ ਸਬਨ ਮਤ ਹਾਰੀ। ਬਾਦਸ਼ਾਹ ਦੀ ਕਚਹਿਰੀ 'ਚ ਹੋਰ ਵੀ ਬੜੇ ਲੋਕ ਬੈਠੇ ਸਨ, ਕਾਜੀ ਮੁੱਲਾ, ਜਿਨ੍ਹਾਂ ਨੇ ਦੇਖਿਆ ਨਾ ਸਾਰੇ ਚਕਰਿਤ ਰਹਿ ਗਏ, ਬੁੱਧੀ ਭਰਮਿਤ ਹੋ ਗਈ, ਸਮਝ ਨਹੀਂ ਕੁਝ ਆਉਂਦਾ। ਕਹਿੰਦੇ ਇਹ ਬਾਬਾ ਕੀ ਚੀਜ਼ ਹੈ? ਛੋਟਾ ਜਿਹਾ, ਉਮਰ ਕੋਈ ਨਹੀਂ, 12-13 ਸਾਲ ਦੀ ਬਾਬਾ ਜੀ ਦੀ ਉਦੋਂ ਉਮਰ ਸੀਗੀ। ਬਾਬਾ ਰਾਮ ਰਾਏ ਜੀ ਦੇ ਦਾੜਾ ਵੀ ਨਹੀਂ ਸੀ ਆਇਆ, ਮੁੱਛਾਂ ਵੀ ਨਹੀਂ ਸੀ ਫੁੱਟੀਆਂ। ਤੇ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਪੁੱਤਰ ਸੀ ਗੁਰੂ ਹਰ ਰਾਏ ਸਾਹਿਬ ਜੀ ਦੇ, ਤੇ ਬਾਬਾ ਜੀ ਛੋਟੀ ਜੀ ਉਮਰ ਦੇ ਉੱਥੇ ਬੜੇ 90 ਸਾਲ ਦੇ ਕਾਜੀ ਮੁਲਾਣੇ ਬੈਠੇ ਨੇ। ਬਾਬਾ ਰਾਮ ਰਾਏ ਜੀ ਵੱਲ ਵੇਖ ਕੇ ਹੈਰਾਨ ਹੁੰਦੇ ਨੇ। ਸ਼ਰਦਾ ਤਰਹ ਅਜਮਤੀ ਭਾਰੀ। ਜਿਹੜੇ ਸਿਆਣੇ ਨੇ ਉਹ ਸ਼ਰਧਾ ਰੱਖਦੇ ਨੇ, ਉਹ ਕਹਿੰਦੇ ਮਹਾਂਪੁਰਸ਼ ਹੁੰਦੇ ਨੇ, ਇਹਨਾਂ ਦਾ ਧਰਮ ਨਹੀਂ ਵੇਖੀਦਾ, ਇਹ ਆਪਣੇ ਧਰਮ ਦੇ ਨੇ ਕਿ ਦੂਜੇ ਧਰਮ ਦੇ ਨੇ। ਮਹਾਂਪੁਰਸ਼ਾਂ ਦਾ ਕੋਈ ਧਰਮ ਨਹੀਂ ਹੁੰਦਾ, ਕੋਈ ਜਾਤ ਨਹੀਂ ਹੁੰਦੀ, ਕੋਈ ਫਿਰਕਾ ਨਹੀਂ ਹੁੰਦਾ। ਮਹਾਂਪੁਰਸ਼ ਰੱਬ ਦੀ ਜਾਤ ਹੁੰਦੇ ਨੇ। ਮੁਸਲਮਾਨਾਂ ਵਿੱਚ ਵੀ ਇਹ ਸ਼ਬਦ ਪ੍ਰਚਲਿਤ ਹੈ, ਸਿੱਖਾਂ ਵਿੱਚ ਵੀ ਆਪਾਂ ਬਾਣੀ 'ਚ ਪੜ੍ਹਦੇ ਹਾਂ ਬਈ ਗੁਰੂ ਕੇ ਸੰਤ ਭਗਤ ਰੱਬ ਦਾ ਹੀ ਰੂਪ ਨੇ। ਰਾਮ ਸੰਤ ਮੈਂ ਭੇਦ ਕਿਛ ਨਾਹੀ। ਰਾਮ ਵਿੱਚ ਤੇ ਉਹਦੇ ਸੰਤਾਂ 'ਚ ਕੋਈ ਫਰਕ ਨਹੀਂ। ਤੇ ਮੁਸਲਮਾਨ ਕਹਿੰਦੇ ਨੇ ਫਕੀਰ ਅੱਲਾ ਜਾਤ ਹੁੰਦੇ ਨੇ। ਅੱਲਾ ਜਾਤ ਮੈਨੇ ਵੀ ਇਹ ਫਕੀਰ ਜਿਹੜੇ ਹੁੰਦੇ ਨੇ ਰੱਬ ਦੀ ਜਾਤ, ਰੱਬ ਇਹਨਾਂ ਦੀ ਹੋਰ ਕੋਈ ਜਾਤ ਨਹੀਂ ਹੁੰਦੀ। ਪਰ ਜਿਹੜੇ ਮੁਤੱਸਬੀ ਕੱਟੜ ਹੁੰਦੇ ਨੇ ਉਹ ਕਹਿੰਦੇ ਨਾ ਇਹ ਹਿੰਦੂਆਂ ਦੇ ਨੇ, ਅਸੀਂ ਨਹੀਂ ਇਹਨਾਂ ਨੂੰ ਮੰਨਣਾ, ਅਸੀਂ ਤੇ ਮੁਸਲਮਾਨਾਂ ਨੂੰ ਮੰਨਣਾ। ਉਹ ਫਿਰ ਆਪਣੇ ਈਰਖਾ ਵਿੱਚ ਸੜੀ ਜਾਂਦੇ ਨੇ, ਪੇਸ਼ ਕੋਈ ਜਾਂਦੀ ਨਹੀਂ। ਬਾਦਸ਼ਾਹ ਦੀ ਕਚਹਿਰੀ ਵਿੱਚ ਇਸ ਤਰ੍ਹਾਂ ਦੀ ਹਾਲਤ ਬਣੀ ਹੋਈ ਹੈ। ਦੁਆਖ ਕਲੱਜਾ ਕਾ ਬਹ ਪਾਵੈ। ਕਹਿੰਦੇ ਈਰਖਾ ਕਰਨ ਵਾਲੇ ਸ਼ਰਮਿੰਦੇ ਹੋ ਰਹੇ ਨੇ। ਦੁਖ ਭਾਵਤ ਕਛ ਬਸ ਨ ਬਸਾਵੈ। ਦੁਖੀ ਹੁੰਦੇ ਨੇ, ਵਸ ਕੋਈ ਚੱਲਦਾ ਨਹੀਂ, ਚਾਰਾ ਕੋਈ ਚੱਲਦਾ ਨਹੀਂ ਉਹਨਾਂ ਦਾ। ਇਸ ਪ੍ਰਕਾਰ ਅਜਮਤ ਦਿਖਰਾਏ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਕਰਾਮਾਤਾਂ ਦਿਖਾਈ ਜਾਂਦੇ। ਹਾਲਾਂਕਿ 7ਵੇਂ ਪਾਤਸ਼ਾਹ ਨੇ ਕਿਹਾ ਸੀ ਜਿੱਥੇ ਲੋੜ ਪਵੇ ਉੱਥੇ ਵਰਤਿਆ ਜੇ, ਪਰ ਬਾਬਾ ਰਾਮ ਰਾਏ ਜੀ ਨੇ ਰੋਜ਼ ਹੀ ਸ਼ੁਰੂ ਕਰਤਾ ਸੀ ਕੰਮ। ਪਰ ਉਹ ਜ਼ਰੂਰੀ ਵੀ ਤਾਂ ਸੀ ਕਿ ਬਾਦਸ਼ਾਹ ਨੂੰ ਤੇ ਉਹਨਾਂ ਦੇ ਕਾਜ਼ੀਆਂ ਮੁਲਾਣਿਆਂ ਨੂੰ ਇਹ ਨਾ ਸ਼ੱਕ ਰਹਿ ਜਾਏ ਵੀ ਗੁਰੂ ਨਾਨਕ ਦੇ ਘਰ ਵਿੱਚ ਕਲਾ ਕੋਈ ਨਹੀਂ। ਉਹ ਇਹੀ ਕਹਿੰਦੇ ਸੀ ਵੀ ਗੁਰੂ ਨਾਨਕ ਦੇ ਘਰ 'ਚ ਕੋਈ ਕਲਾ ਹੈ ਨਹੀਂ। ਪਰ ਬਾਬਾ ਰਾਮ ਰਾਏ ਨੇ ਉਹਨਾਂ ਦਾ ਮੂੰਹ ਬੰਦ ਕਰ ਦਿੱਤਾ। ਬੇਅੰਤ ਕਰਾਮਾਤਾਂ ਦਿੱਲੀ 'ਚ ਦਿਖਾਈਆਂ ਹਨ। ਪੁਨ ਡੇਰੇ ਮਹਿ ਆਨ ਸੁਹਾਏ। ਇਹ ਕਰਾਮਾਤ ਦਿਖਾ ਕੇ ਬਾਬਾ ਜੀ ਵਾਪਸ ਡੇਰੇ ਵਿੱਚ ਆ ਗਏ। ਬਿਸਮਤਪੁਰ ਕੇ ਨਰ ਸੁਨ ਸੁਨ ਕੇ। ਮਜਨੂ ਦੇ ਟਿੱਲੇ ਆ ਬੈਠੇ ਨੇ ਤੇ ਦਿੱਲੀ ਦੀਆਂ ਸੰਗਤਾਂ ਸੁਣ ਕੇ ਹੈਰਾਨ ਹੁੰਦੀਆਂ ਨੇ। ਸ਼ਰਧਾਲੂ ਹੋਏ ਵੱਡ ਗੁਣ ਗੁਣ ਕੈ। ਬਾਬਾ ਜੀ ਦੇ ਗੁਣਾਂ ਨੂੰ ਜਾਣ ਕੇ ਸ਼ਰਧਾ ਕਰਨ ਲੱਗ ਪਏ। ਕਹਿੰਦੇ ਵੀ ਗੁਰੂ ਹਰਾਏ ਸਾਹਿਬ ਮਹਾਰਾਜ ਤਾਂ ਗੁਰੂ ਸਾਹਿਬ ਹੀ ਹਨ, ਉਹਨਾਂ ਦਾ ਪੁੱਤਰ ਵੀ ਕੋਈ ਘੱਟ ਨਹੀਂ ਹੈ, ਉਹਦੇ ਕੋਲ ਵੀ ਬੜੀ ਕਲਾ ਹੈ, ਬੜੀ ਸ਼ਕਤੀ ਹੈ। ਜਿਹੜੇ ਕਰਾਮਾਤਾਂ ਨੂੰ ਸਮਝਦੇ ਨਾ ਉਹ ਕਰਾਮਾਤਾਂ ਨੂੰ ਹੀ ਸੰਤ ਪੂਰਨ ਸਮਝ ਲੈਂਦੇ ਸਾਧ ਸੰਗਤ ਜੀ। ਪਰ ਕਰਾਮਾਤਾਂ ਤੋਂ ਪਰੇ ਵੀ ਕੋਈ ਗੱਲ ਹੈ। ਬਾਬਾ ਰਾਮ ਰਾਏ ਕੋਲ ਜਿਹੜੀ ਸ਼ਕਤੀ ਆਈ ਉਹ ਸਤਿਗੁਰਾਂ ਦੀ ਦਿੱਤੀ ਹੋਈ ਸੀ। ਜਦੋਂ ਬਾਬਾ ਰਾਮ ਰਾਏ ਜੀ ਸਤਿਗੁਰਾਂ ਦੀ ਨਿਗਾਹ ਪ੍ਰਵਾਨ ਨਹੀਂ ਚੜ੍ਹੇ
ਉਦੋਂ ਫਿਰ ਸਾਰੀ ਸ਼ਕਤੀ ਲੈ ਕੇ ਤੇ ਸਤਿਗੁਰੂ ਮਹਾਰਾਜ 7ਵੇਂ ਪਾਤਸ਼ਾਹ ਨੇ ਵਾਪਸ ਛੋਟੇ ਪੁੱਤਰ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਦਿੱਤੀ ਸੀ ਤੇ ਗੱਦੀ ਤੇ ਬਿਰਾਜਮਾਨ ਕਰਾਇਆ ਸੀ। ਤੇ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿਹੜੀ ਅਵਸਥਾ ਹੈ ਉਹ ਤਾਂ ਪਰਮੇਸ਼ਰ ਦੀ ਅਵਸਥਾ ਹੈ। ਬਾਬਾ ਰਾਮ ਰਾਏ ਦੀ ਜਿਹੜੀ ਅਵਸਥਾ ਹੈ ਉਹ ਸਾਧ ਸੰਗਤ ਜੀ ਇੱਕ ਸਿੱਧ ਪੁਰਸ਼ ਦੀ ਜਿਹੜੀ ਹੁੰਦੀ ਹੈ, ਜਿਹਦੇ ਬਚਨਾਂ 'ਚ ਸੱਤਿਆ ਹੁੰਦੀ ਹੈ, ਜੋ ਚਾਹੇ ਕਰ ਸਕਦਾ, ਉਹ ਵੀ ਉਹਨਾਂ ਨੂੰ ਮਹਾਰਾਜ ਨੇ ਬਖਸ਼ੀ ਹੋਈ ਸੀ। ਇਹ ਗੁਰੂ ਘਰ ਦੀਆਂ ਵੱਖਰੀਆਂ ਵੱਖਰੀਆਂ ਅਵਸਥਾ ਹੁੰਦੀਆਂ ਨੇ। ਸਹਿਜੇ ਸਹਿਜੇ ਜਿਉਂ-ਜਿਉਂ ਭਿੱਜੇ ਕੰਬਲੀ ਤਿਉਂ-ਤਿਉਂ ਭਾਰੀ ਹੋਏ। ਗੁਰੂ ਘਰ 'ਚ ਆਪਾਂ ਵਿਚਰਾਂਗੇ, ਸੇਵਾ ਕਰਾਂਗੇ, ਸਿਮਰਨ ਕਰਾਂਗੇ, ਬਾਣੀ ਪੜ੍ਹਾਂਗੇ, ਨਾਮ ਜਪਾਂਗੇ, ਕਥਾ ਕੀਰਤਨ ਸੁਣਾਂਗੇ, ਸਹਿਜੇ ਸਹਿਜੇ ਇਹ ਬਚਨ ਸਮਝ ਆਈ ਜਾਂਦੇ ਹੈ। ਧੰਨ ਬਾਬਾ ਰਾਮ ਰਾਏ ਜੀ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬੇਅੰਤ ਕਰਾਮਾਤਾਂ ਦਿੱਲੀ 'ਚ ਦਿਖਾ ਕੇ ਲੱਖਾਂ ਲੋਕਾਂ ਨੂੰ ਗੁਰੂ ਘਰ ਦਾ ਸ਼ਰਧਾਲੂ ਬਣਾ ਰਹੇ ਤੇ ਔਰੰਗਜ਼ੇਬ ਨੂੰ ਵੀ। ਪਰ ਕਿਉਂਕਿ ਸਾਰੇ ਲੋਕਾਂ ਦੀ ਸੋਚ ਕਰਾਮਾਤਾਂ ਤਾਂ ਖੜ ਗਈ, ਕਰਾਮਾਤ ਨੂੰ ਸਭ ਕੁਝ ਸਮਝ ਬੈਠੇ, ਚਮਤਕਾਰ ਨੂੰ ਨਮਸਕਾਰ ਕਰਦੇ। ਅੰਦਰਲੀ ਜਿਹੜੀ ਗੱਲ ਹੈ, ਅਧਿਆਤਮ ਦੀ ਗੱਲ ਹੈ, ਰੂਹਾਨੀਅਤ ਦੀ ਗੱਲ ਹੈ, ਉਹ ਗੁਰੂ ਕੋਲ ਹੈ। ਉੱਥੇ ਕੋਈ ਵਿਰਲਾ ਵਿਰਲਾ ਪਹੁੰਚਦਾ। ਜਿਵੇਂ ਸਕੂਲ ਵਿੱਚ ਤਾਂ ਵਿਦਿਆਰਥੀ ਬਹੁਤ ਪੜ੍ਹ ਲੈਂਦੇ ਹੈ, ਪ੍ਰਾਇਮਰੀ ਦੇ ਸਕੂਲ 'ਚ ਤਾਂ ਸਾਰੇ ਹੀ ਪੜ੍ਹ ਲੈਂਦੇ ਆ। ਮਿਡਲ ਵਿੱਚ ਜਾਂਦਿਆਂ ਜਾਂਦਿਆਂ ਕੁਛ % ਘੱਟ ਵੀ ਜਾਂਦੇ ਆ। ਕਈ 5ਵੀਂ ਪਾਸ ਕਰਕੇ 8ਵੀਂ ਦੇ ਸਕੂਲ 'ਚ ਦਾਖਲ ਹੀ ਨਹੀਂ ਹੁੰਦੇ। ਕਈ ਮਿਡਲ ਕਰਕੇ ਫਿਰ ਹਾਈ ਸਕੂਲ ਵੀ ਕਰ ਲੈਂਦੇ ਆ ਤੇ ਕਈ ਉਹਨਾਂ ਵਿੱਚੋਂ ਹੁਣ ਜਿਹੜੇ ਹਾਈ ਸਕੂਲ ਕਰਕੇ ਪਿੱਛੇ ਮੁੜ ਜਾਂਦੇ, ਕਾਲਜ ਨਹੀਂ ਜਾਂਦੇ। ਅੱਧੇ ਪਚੱਧੇ ਕਾਲਜ ਵਿੱਚ ਜਾਂਦੇ। ਜਿਹੜੇ ਕਾਲਜ ਵਿੱਚ ਜਾਂਦੇ ਉਹ ਕਿਹੜਾ ਸਾਰੇ DC ਲੱਗ ਜਾਂਦੇ, ਉਹ ਉੱਥੇ ਰੁਕ ਜਾਂਦੇ। ਕੋਈ ਫੇਲ ਵੀ ਹੋ ਜਾਂਦੇ ਆ, ਕੋਈ 3rd ਪੋਜੀਸ਼ਨ, ਕੋਈ 2nd, ਕੋਈ 1st ਮੈਰਿਟ, ਕੋਈ ਆਉਂਦਾ। ਕੋਈ ਫਿਰ ਯੂਨੀਵਰਸਿਟੀ ਜਾਂਦਾ, ਫਿਰ ਉਹ PhD ਕਰਦਾ, ਕੋਈ ਹੋਰ ਡਾਕਟਰ ਬਣਦਾ, ਕੋਈ ਵੱਡਾ, ਉਹ ਕੋਈ ਵਿਰਲਾ ਹੁੰਦਾ। ਇਹ ਸੰਸਾਰ ਦੇ ਲੋਕਾਂ ਦੀਆਂ ਵੱਖਰੀਆਂ ਵੱਖਰੀਆਂ ਅਵਸਥਾ ਨੇ। ਸਕੂਲ ਗੁਰੂ ਨੇ ਸਾਰੇ ਖੋਲ੍ਹੇ ਹੋਏ ਨੇ। ਕਈ ਮੇਰੇ ਵਰਗੇ ਆਉਂਦੇ, ਗੁਰੂ ਘਰ ਲੰਗਰ ਪ੍ਰਸ਼ਾਦਾ ਛਕਿਆ ਅਤੇ ਦੇਗਾਂ ਲਈਆਂ, ਦਰਸ਼ਨ ਮੇਲੇ ਕੀਤੇ, ਚਲੇ ਗਏ। ਕੁਝ ਆ ਕੇ ਕੁਝ ਮਿੰਟ 10 ਮਿੰਟ ਬਹਿ ਕੇ ਕੀਰਤਨ ਸੁਣਦੇ, ਕਥਾ ਸੁਣਦੇ, ਕੁਝ ਪੱਲੇ ਪੈਂਦਾ। ਕੋਈ ਹੋਰ ਜ਼ਿਆਦਾ ਲਾਹਾ ਲੈਂਦੇ ਆ, ਕੋਈ ਹੋਰ ਜਪਦੇ ਆ, ਕੋਈ ਜਪ ਕੇ PhD ਵੀ ਕਰ ਲੈਂਦੇ ਆ। ਅਵਸਥਾ ਵੱਖਰੀ ਵੱਖਰੀ ਹੈ। ਸਾਰੇ ਗੁਰੂ ਘਰ ਜਾਣ ਵਾਲੇ ਗੁਰਸਿੱਖਾਂ ਦਾ ਸਰੀਰ ਇੱਕੋ ਜਿਹਾ ਹੋ ਸਕਦਾ, ਮਾਨਸਿਕ ਅਵਸਥਾ ਇੱਕੋ ਜਿਹੀ ਨਹੀਂ ਹੋ ਸਕਦੀ। ਇਹ ਸਾਰੇ ਸੰਸਾਰ 'ਤੇ ਕਾਨੂੰਨ ਲਾਗੂ ਹੈ। ਗੁਰੂ ਘਰ ਵਿੱਚ ਵੀ ਇਸੇ ਤਰ੍ਹਾਂ ਹੀ ਹੈ। ਬਾਬਾ ਰਾਮ ਰਾਏ ਜੀ ਦੇ ਮੰਨਣ ਵਾਲੇ ਉਹਨਾਂ ਦੀਆਂ ਕਰਾਮਾਤਾਂ ਸ਼ਕਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਖਰਾ ਪੰਥ ਚਲਾ ਬੈਠੇ ਸਨ, ਜਿਨ੍ਹਾਂ ਨੂੰ ਆਪਾਂ ਰਾਮ ਰਾਈਏ ਕਹਿੰਦੇ ਹਾਂ। ਜਦੋਂ 5 ਪਿਆਰੇ ਅੰਮ੍ਰਿਤ ਛਕਾਉਂਦੇ ਉਦੋਂ ਇਹ ਬਚਨ ਕਰਦੇ, ਰਾਮ ਰਾਈਆਂ ਧੀਰ ਮੱਲੀਆਂ, ਨੜੀ ਮਾਰ ਕੁੜੀ ਮਾਰ ਨਾਲ ਨਹੀਂ ਵਰਤਣਾ, ਕਿਉਂਕਿ ਇਹਨਾਂ ਨੂੰ ਗੁਰੂ ਦੀ ਮਹਿਮਾ ਦਾ ਪਤਾ ਨਹੀਂ ਲੱਗਿਆ। 10ਵੇਂ ਪਾਤਸ਼ਾਹ ਦੀ ਬਾਣੀ ਦਾ ਸਭ ਤੋਂ ਜ਼ਿਆਦਾ ਪਹਿਲਾਂ ਵਿਰੋਧ ਕੀਤਾ ਤੇ ਰਾਮ ਰਾਈਆਂ ਨੇ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਦਾ ਵਿਰੋਧ ਰਾਮ ਰਾਈਏ ਕਰਦੇ ਸੀ। ਹੁਣ ਸਾਡੇ ਵਿੱਚ ਕਈ ਕਿਰਪਾਨਾਂ ਵਾਲੇ ਵੀ ਕਰੀ ਜਾਂਦੇ ਆ। ਅਤੇ ਮੈਂ ਕਈ ਵਾਰੀ ਪੁੱਛਿਆ ਵੀ ਆਹ ਕਿਰਪਾਨ ਕਿਉਂ ਪਾਈ ਹੈ? ਕਿਰਪਾਨ ਤਾਂ 10ਵੇਂ ਪਾਤਸ਼ਾਹ ਨੇ ਪਵਾਈ, ਬਾਣੀ ਉਹਨਾਂ ਦੀ ਤਾਂ ਕਿੰਤੂ ਕਰਦੇ ਆ। ਜਦੋਂ ਕਿ 10ਵੇਂ ਪਾਤਸ਼ਾਹ ਨੇ ਲਿਖਿਆ, ਕਿਰਪਾਨ ਪਾਣ ਧਾਰੀਅੰ ਕਰੋੜ ਪਾਪ ਟਾਰੀਅੰ, ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ। ਤੋ ਇਹ ਰਾਮ ਰਾਈਏ ਜਿਹੜੇ ਹਨ, ਇਹ ਨਹੀਂ ਗੁਰੂ ਮਹਾਰਾਜ ਨੇ ਪ੍ਰਵਾਨ ਕੀਤੇ। ਬਾਬਾ ਰਾਮ ਰਾਏ ਜੀ 10ਵੇਂ ਪਾਤਸ਼ਾਹ ਕੋਲੋਂ ਮਾਫੀ ਮੰਗ ਲਈ ਸੀ ਆ ਕੇ ਪੌਂਟੇ ਸਾਹਿਬ। ਸਤਿਗੁਰੂ ਜੀ ਨਾਲ ਬੜੇ ਬਚਨ ਬਿਲਾਸ ਕੀਤੇ, ਕਹਿਣ ਲੱਗੇ, ਸੱਚੇ ਪਾਤਸ਼ਾਹ ਹਾਲਾਤ ਹੀ ਇੱਦਾਂ ਦੇ ਬਣ ਗਏ ਸਨ। ਮੇਰੇ ਗੁਰਦੇਵ ਪਿਤਾ ਨੇ ਮੈਨੂੰ ਛੇਕ ਦਿੱਤਾ। ਹੁਣ ਮੈਨੂੰ ਅਹਿਸਾਸ ਹੁੰਦਾ ਵੀ ਨੇੜੇ ਆ ਗਿਆ। ਅੱਗੇ ਸਹਾਇਤਾ, ਕਿਉਂਕਿ ਗੁਰੂ ਤੋਂ ਬੇਮੁਖ ਹੋਇਆ ਅੱਗੇ ਬਾਂਹ ਨਹੀਂ ਫੜੀ ਜਾਂਦੀ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਇਹ ਬੇੜੀ ਦੇ ਵਿੱਚ ਪੌਂਟੇ ਸਾਹਿਬ ਮਹਾਰਾਜ ਦਾ ਬਚਨ ਹੋਇਆ ਸੀ, ਕਿਸ਼ਤੀ ਦੇ ਵਿੱਚ ਜਮਨਾ 'ਚ। ਉੱਧਰੋਂ ਬਾਬਾ ਰਾਮ ਰਾਏ ਜੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਲਗੀਧਰ ਜੀ ਨੂੰ ਵੀ ਮਹਾਰਾਜ ਮੈਂ ਪੌਂਟੇ ਸਾਹਿਬ ਨਹੀਂ ਆ ਸਕਦਾ ਅਤੇ ਤੁਸੀਂ ਦੇਹਰਾਦੂਨ ਵੀ ਨਹੀਂ ਆਉਣਾ, ਆਪਾਂ ਕਿਤੇ ਗੁਪਤ ਮੀਟਿੰਗ ਕਰਨੀ ਹੈ। ਮਹਾਰਾਜ ਨੇ ਕਿਹਾ ਠੀਕ ਹੈ, ਆਪਾਂ ਜਮਨਾ ਦੇ ਕੰਢੇ ਇਕੱਠੇ ਹੋਵਾਂਗੇ
ਥੋੜ੍ਹੇ ਜਿਹੇ ਯੋਧੇ ਸਿੱਖ ਤੁਸੀਂ ਆਪਣੇ ਨਾਲ ਲੈ ਜੇ, ਥੋੜ੍ਹੇ ਜਿਹੇ ਸਿੱਖ ਅਸੀਂ ਨਾਲ ਲਿਆਵਾਂਗੇ, ਉੱਥੇ ਆਪਣੀ ਵਿਚਾਰ ਹੋਵੇਗੀ। ਜਮਨਾ ਦੇ ਕੰਢੇ ਬਾਬਾ ਰਾਮ ਰਾਏ ਜੀ ਆ ਗਏ ਦੇਹਰਾਦੂਨ ਤੋਂ। ਪੌਂਟੇ ਸਾਹਿਬ ਤੋਂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਚਲੇ ਗਏ। ਚਾਚੇ ਭਤੀਜੇ ਦਾ ਰਿਸ਼ਤਾ ਸੀ। 10ਵੇਂ ਪਾਤਸ਼ਾਹ ਜੀ ਚਾਚਾ ਹੀ ਲੱਗਦੇ ਸਨ, ਬਾਬਾ ਰਾਮ ਰਾਏ ਜੀ ਭਤੀਜਾ ਲੱਗਦਾ ਸੀ। ਉਮਰ 'ਚ ਬਾਬਾ ਰਾਮ ਰਾਏ 10ਵੇਂ ਪਾਤਸ਼ਾਹ ਤੋਂ ਕਿਤੇ ਵੱਡਾ ਸੀ, ਪਰ ਉਹ ਆਪਣੇ ਰਿਸ਼ਤੇ ਕਰਕੇ ਵੀ ਅਤੇ ਗੁਰੂ ਸਾਹਿਬ ਦੀ ਗੁਰੂ ਪਦਵੀ ਕਰਕੇ ਵੀ ਮਹਾਰਾਜ ਨੂੰ ਉਹਨੇ ਮੱਥਾ ਟੇਕਿਆ ਸੀ। 10ਵੇਂ ਪਾਤਸ਼ਾਹ ਕਿਸ਼ਤੀ 'ਚ ਹੋਰ ਕਿਸੇ ਨੂੰ ਬਿਠਾਇਆ ਨਹੀਂ ਸੀ, ਆਪ ਹੀ ਚੱਪੂ ਲਾਉਂਦੇ, ਆਪ ਦੋਵੇਂ ਚਾਚਾ ਭਤੀਜਾ ਬੈਠੇ, ਬੜੇ ਬਚਨ ਵਿਲਾਸ ਹੋਏ ਪਿਆਰ ਦੇ ਨਾਲ। ਅਤੇ ਜਿਹੜਾ ਰਾਮ ਰਾਏ ਦੇ ਬੰਦੇ ਸੀਗੇ ਉਹ ਖੜੇ ਸੀ ਬਾਹਰ ਜਮਨਾ ਦੇ ਕੰਢੇ। ਉਹ ਆਪਸ 'ਚ ਘੁਸਰ ਮੁਸਰ ਕਰਦੇ। ਇਹ ਗੁਰੂ ਦੀ ਉਮਰ ਤਾਂ ਕਹਿੰਦੇ ਥੋੜ੍ਹੀ ਜਿਹੀ ਹੈ। ਮਹਾਰਾਜ ਦੀ ਤਾਂ ਦਾੜੀ ਉਤਰ ਰਹੀ ਸੀ 10ਵੇਂ ਪਾਤਸ਼ਾਹ ਦੇ, ਮੁੱਛਾਂ ਫੁੱਟਦੀਆਂ ਪਈਆਂ ਸੀ। ਉਮਰ ਮਹਾਰਾਜ 18-19 ਸਾਲ ਦੀ, ਜੇ ਪੌਂਟਾ ਸਾਹਿਬ ਸਤਿਗੁਰੂ ਠਹਿਰੇ ਆ। ਉਹ ਬਾਬਾ ਰਾਮ ਰਾਏ ਦੀ ਦਾੜੀ ਚਿੱਟੀ ਹੋਣ ਲੱਗ ਪਈ ਸੀ। ਉਹ ਕਹਿੰਦੇ ਬਾਬਾ ਜੀ ਦੇ ਕਿੱਡੇ ਮਹਾਂਪੁਰਸ਼ ਨੇ, ਅਤੇ ਇਹ ਤਾਂ ਗੁਰੂ ਕਹਿੰਦੇ ਛੋਟੀ ਜਿਹੀ ਉਮਰ ਦਾ। ਅਤੇ ਫਿਰ ਆਪਸ 'ਚ ਗੱਲਾਂ ਕਰਦੇ। ਇਹ ਕਹਿੰਦੇ ਤੀਰ ਕਮਾਨ ਦਾ ਬੜਾ ਮਾਸਟਰ ਹੈ, ਤੀਰ ਕਮਾਨ ਬੜੇ ਤੀਰ ਬੜੇ ਨਿਸ਼ਾਨੇ 'ਤੇ ਮਾਰਦਾ। ਉਹ ਕਹਿੰਦੇ ਕੋਈ ਨਹੀਂ, ਸਾਡਾ ਤਾਰਾ ਚੰਦ ਕਿਹੜਾ ਘੱਟ ਹੈ, ਇਹ ਵੀ ਬੜਾ ਕਮਾਲ ਦਾ। ਭਾਈ ਬਹਿਲੋ ਸਾਹਿਬ ਦਾ ਪੜਪੋਤਰਾ ਸੀ ਤਾਰਾ ਚੰਦ। ਭਾਈ ਬਹਿਲੋਂ ਸਭ ਤੋਂ ਪਹਿਲੋਂ ਇਹ ਮਾਲਵੇ ਦਾ ਇੱਕ ਸਿੱਖ ਹੋਇਆ। 5ਵੇਂ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਵਿੱਚ ਬਹੁਤ ਵੱਡੀ ਸੇਵਾ ਨਿਭਾਈ ਹੈ। ਉਹਦਾ ਪੜਪੋਤਰਾ ਰਾਮ ਰਾਏ ਦੇ ਨਾਲ ਚਲਾ ਗਿਆ ਸੀ ਜਦੋਂ ਮਹਾਰਾਜ ਨੇ ਗੁਰੂ ਹਰਿਰਾਏ ਸਾਹਿਬ ਨੇ ਭੇਜਿਆ ਸੀ। ਕੱਲ੍ਹ ਪਰਸੋਂ ਆਪਾਂ ਕਥਾ ਸੁਣੀ ਹੈ ਵੀ ਕੀਰਤਪੁਰ ਸਾਹਿਬ ਤੋਂ ਜਦੋਂ ਮਹਾਰਾਜ ਨੇ ਤੋਰਿਆ, ਰਾਮ ਰਾਏ ਦੇ ਨਾਲ ਭਾਈ ਗੁਰਦਾਸ ਅਤੇ ਤਾਰਾ ਚੰਦ ਦੋਵੇਂ ਸਕੇ ਭਰਾ ਨਾਲ ਤੋਰੇ ਸੀਗੇ। ਅਤੇ ਤਾਰਾ ਚੰਦ ਵੀ ਤੀਰ ਅੰਦਾਜ਼ ਬੜਾ ਤਗੜਾ ਸੀ। ਉਹ ਆਪਸ 'ਚ ਗੱਲਾਂ ਕਰਦੇ, ਜੇ ਗੁਰੂ ਗੋਬਿੰਦ ਸਿੰਘ ਨਾਲ ਲੜਾਈ ਹੋ ਗਈ ਤਾਂ ਤਾਰਾ ਚੰਦ ਕਰ ਲੇਗਾ ਮੁਕਾਬਲਾ। ਇੱਧਰ ਜਾਣੀ ਜਾਣ ਸਤਿਗੁਰੂ ਅੰਤਰਜਾਮਤਾ ਨਾਲ ਜਾਣ ਕੇ ਕਹਿੰਦੇ ਰਾਮ ਰਾਏ ਤੇਰੀ ਸੰਗਤ ਖੋਟੀ। ਕਹਿੰਦਾ ਮਹਾਰਾਜ ਕੀ ਕਿਹਾ? ਮਹਾਰਾਜ ਕਹਿੰਦੇ ਤੇਰੀ ਸੰਗਤ ਖੋਟੀ। 3 ਵਾਰੀ ਬਚਨ ਹੋਇਆ। ਕਹਿੰਦੇ ਤੂੰ ਬਖਸ਼ਿਆਂਗਾ, ਇਹਨਾਂ ਨੇ ਬਖਸ਼ਿਆ ਨਹੀਂ ਜਾਣਾ, ਇਹਨਾਂ ਨੇ ਪੁੱਠੇ ਹੀ ਤੁਰਨਾ। ਉਹ ਰਾਮ ਰਾਈਏ ਸਾਧ ਸੰਗਤ ਜੀ, ਜਦੋਂ ਮਹਾਰਾਜ 10ਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ, ਬਾਬਾ ਬੰਦਾ ਬਹਾਦਰ ਨੇ ਸਰਹੰਦ ਫਤਿਹ ਕੀਤੀ। ਇੱਕ ਬੁਲਾਕਾ ਸਿੰਘ ਰਾਗੀ ਸੀਗਾ। ਉਹ ਬੁਲਾਕਾ ਸਿੰਘ ਰਾਗੀ ਘੜਾਣੀ ਪਿੰਡ ਹੈ। ਤੁਸੀਂ ਕਦੀ ਦੁਰਾਹੇ ਦੇ ਕੋਲ ਜਾਓ ਨਾ, ਉੱਥੇ ਮਹਾਰਾਜ 6ਵੇਂ ਪਾਤਸ਼ਾਹ ਦਾ ਚੋਲਾ ਵੀ ਪਿਆ ਗੁਰੂ ਹਰਗੋਬਿੰਦ ਸਾਹਿਬ ਦਾ। ਉਹ ਗੁਰਦੁਆਰਾ ਰਾਮ ਰਾਈਆਂ ਦੇ ਕਬਜ਼ੇ ਵਿੱਚ ਸੀਗਾ। ਉਹ ਬੁਲਾਕਾ ਸਿੰਘ ਅੰਮ੍ਰਿਤਧਾਰੀ ਸਿੰਘ ਸੀ। ਉੱਥੇ ਜਾ ਕੇ ਕੀਰਤਨ ਕਰਨ ਲੱਗ ਪਿਆ। ਉਹਨੇ 10ਵੇਂ ਪਾਤਸ਼ਾਹ ਦੀ ਬਾਣੀ ਪੜ੍ਹਤੀ। ਜੇ 10ਵੇਂ ਪਾਤਸ਼ਾਹ ਦੀ ਬਾਣੀ ਪੜ੍ਹੀ, ਬੁਲਾਕਾ ਸਿੰਘ ਦਾ ਉਹ ਦੁਤਾਰਾ ਜਿਹੜਾ ਕੀਰਤਨ ਕਰਨ ਵਾਲਾ ਉਹ ਭੰਨ ਦਿੱਤਾ। ਉਹਨੂੰ ਰਾਮ ਰਾਈਆਂ ਨੇ ਮਾਰਿਆ ਕੁੱਟਿਆ ਅਤੇ 10ਵੇਂ ਪਾਤਸ਼ਾਹ ਬਾਰੇ ਅਪਸ਼ਬਦ ਬੋਲੇ। ਕਹਿੰਦੇ ਆਪਣੇ 4 ਪੁੱਤਰ ਮਰਵਾ ਕੇ ਦੱਖਣ 'ਚ ਚਲਾ ਗਿਆ। ਇੱਦਾਂ ਦੇ ਬਚਨ ਨਿੰਦਾ ਕੀਤੀ। ਜਦੋਂ ਇਹ ਬਚਨ ਸਿੰਘ ਨੇ ਸੁਣੇ, ਵਿਚਾਰਾ ਦੁਖੀ ਹੋਇਆ। ਆ ਕੇ ਖਾਲਸੇ ਨੂੰ ਬਾਬੇ ਬੰਦੇ ਬਹਾਦਰ ਨੂੰ ਸਰਹੰਦ ਮਿਲਿਆ। ਕਹਿਣ ਲੱਗਾ ਜੀ ਆਹ ਵੇਖੋ, ਮੇਰਾ ਤਾਂ ਮਾਰ ਕੁੱਟ ਕੇ ਨਾਸ ਕਰਤਾ, ਨਾਲੇ ਮੇਰਾ ਰਾਗ ਕੀਰਤਨ ਕਰਨ ਵਾਲਾ ਦੁਤਾਰਾ ਭੰਨਤਾ, ਨਾਲੇ 10ਵੇਂ ਪਾਤਸ਼ਾਹ ਜੀ ਦੇ ਬਾਰੇ ਮਾੜੇ ਸ਼ਬਦ ਬੋਲੇ। ਬੁਲਾਕਾ ਸਿੰਘ ਰਾਗੀ ਦੀ ਗੱਲ ਸੁਣ ਕੇ ਬਾਬਾ ਬੰਦਾ ਸਿੰਘ ਸਣੇ ਫੌਜਾਂ ਘੁੜਾਣੀ ਜਾ ਪਹੁੰਚੇ। ਰਾਮ ਰਾਈਆਂ ਨੂੰ ਸੋਧਾ ਲਾਇਆ ਸੀ। ਇਤਿਹਾਸ ਗਵਾਹ ਹੈ ਇਸ ਗੱਲ ਦਾ। ਤੋ ਰਾਮ ਰਾਈਏ ਨਹੀਂ ਸਿੱਧੇ ਰਾਹ ਪਏ, ਪਰ ਰਾਮ ਰਾਏ ਨੇ 10ਵੇਂ ਪਾਤਸ਼ਾਹ ਕੋਲੋਂ ਆਪਣੀ ਭੁੱਲ ਬਖਸ਼ਵਾ ਲਈ ਸੀ। ਸੋ ਇਸ ਕਰਕੇ ਕਥਾ ਬਾਬਾ ਰਾਮ ਰਾਏ ਜੀ ਦੀ ਚੱਲ ਰਹੀ ਹੈ। ਕਈ ਵਾਰੀ ਸ਼ੰਕੇ ਵੀ ਪੈ ਜਾਂਦੇ ਆ ਵੀ ਇਹ ਬਾਬਾ ਰਾਮ ਰਾਏ ਨੂੰ ਜੀ ਕਰਕੇ ਕਿਉਂ ਬੁਲਾਉਂਦੇ ਨੇ ਜੀ। ਸਾਧ ਸੰਗਤ ਜੀ, ਗੁਰੂ ਘਰ ਦੇ ਅਤੇ ਕੁੱਤਿਆਂ ਦਾ ਵੀ ਸਤਿਕਾਰ ਕਰਨਾ ਚਾਹੀਦਾ। ਉਹ ਤਾਂ ਮਹਾਰਾਜ ਦਾ ਸਾਹਿਬਜ਼ਾਦਾ ਸੀ, ਪੁੱਤਰ ਸੀ। ਜੇ ਗਲਤੀ ਹੋ ਗਈ ਅਤੇ ਉਹਨੇ ਮਾਫੀ ਮੰਗ ਲਈ 10ਵੇਂ ਪਾਤਸ਼ਾਹ ਕੋਲੋਂ, ਉਹ ਬਖਸ਼ੇ ਗਏ। ਰਾਮ ਰਾਈਆਂ ਨਾਲ ਨਹੀਂ ਵਰਤਣਾ, ਕਿਉਂਕਿ ਰਾਮ ਰਾਈਏ ਅਜੇ ਤੱਕ ਵੀ 10ਵੇਂ ਪਾਤਸ਼ਾਹ ਦੀ ਬਾਣੀ ਦੀ ਨਿੰਦਾ ਕਰਦੇ ਹੈ। 10ਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਦੇ ਇਤਿਹਾਸ ਦੀ ਨਿੰਦਾ ਕਰਦੇ ਹੈ, ਉਹਨਾਂ ਦੀ ਨਿੰਦਾ ਕਰਦੇ ਹੈ। ਇਸ ਕਰਕੇ ਖਾਲਸੇ ਨਾਲ ਰਾਮ ਰਾਈਆਂ ਦਾ ਮੇਲ ਨਹੀਂ ਹੈ। ਹਾਂ, ਜੇ ਕੋਈ ਰਾਮ ਰਾਈਆ ਗੁਰੂ ਮਹਾਰਾਜ ਦੀ ਸ਼ਰਨ ਆ ਕੇ 5 ਪਿਆਰਿਆਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਪੰਥ ਵਿੱਚ ਸ਼ਾਮਿਲ ਹੋ ਜੇ, ਸਾਡਾ ਭਾਈ ਹੈ, ਕੋਈ ਉਹਦੇ ਨਾਲ ਈਰਖਾ ਨਹੀਂ ਹੈ। ਇਹ ਗੁਰੂ ਘਰ ਦਾ ਵਰਤਾਰਾ ਹੈ। ਸੋ ਇਤਨੇ ਬਚਨ ਪ੍ਰਵਾਨ ਕਰਨੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ,
ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰਾਥ ਅਗੰਮ ਪੂਰਨ ਮੋਹਿ ਮਾਇਆ ਧਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਬਿਟੋਂ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ। ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ। ਜਿਨੀ ਨਾਮ ਧਿਆਇਆ ਗਏ ਮਸਕ। ਨਾਨਕ ਤੇ ਮੁਖ ਉਜਲੇ ਕੀਤੀ ਛੁਟੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ